ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਧਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸਾਹ, ਸਿਰ ਸਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੁ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਹਠ ਨਿਗ੍ਰਹ ਕਰ ਕਾਇਆ ਸੀਜੈ, ਵਤ ਤਪਨ ਕਰ ਮਾਨ ਨਹੀਂ ਭੀਜੈ। ਹਠ ਨਿਗ੍ਰਹ ਕਰ ਕਾਇਆ ਸੀਜੈ, ਵਤ ਤਪਨ ਕਰ ਮਨ ਨਹੀਂ ਭੀਜੈ। ਰਾਮ ਨਾਮ ਸਰ ਅਵਰ ਨਾ ਬੂਝੈ, ਗੁਰ ਸੇ ਮਨਾ ਹਰ ਜਨ ਸੰਗ ਕੀਜੈ। ਜਮ ਜੰਦਾਰ ਜੋਹੇ ਨਹੀਂ ਸਕੈ, ਸਰਪਨ ਰਸ ਨਾ ਸਕੈ। ਹਰਿ ਕਾਰ ਰਸ ਪੀਜੈ, ਹਰਿ ਕਾ ਰਸ ਪੀਜੈ। ਹਰਿ ਕਾ ਰਸ ਪੀਜੈ। ਰਹਾਉ ਵਾਦ ਪੜੈ ਰਾਗੀ ਜਗ ਭੀਜੈ, ਤ੍ਰੈ ਗੁਣ ਵਿਖਿਆ ਜਨਮ ਮਰੀਜੈ। ਰਾਮ ਨਾਮ ਬਿਨ ਦੁਖ ਸਹੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਤਸਲ ਅੰਤਰਜਾਮੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ, ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਹੋਇਆ ਹੈ। ਗਰੀਬ ਨਵਾਜ ਸਾਹਿਬ ਜੀ ਨੇ ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ ਹਨ। ਲੜੀਵਾਰ ਰੂਪ ਦੇ ਵਿੱਚ ਜਗਤ ਗੁਰੂ ਜੀ ਆਪਣੀ ਪਵਿੱਤਰ ਰਸਨਾ ਤੋਂ ਅੱਜ ਦਾ ਜੋ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹਨ। 905 ਅੰਗ ਤੇ ਇਹ ਪਾਵਨ ਅਸ਼ਟਪਦੀ ਸੋਭਨੀਕ ਹੈ। ਔਰ ਜੋਗੀਆਂ ਸਿੱਧਾਂ ਦੇ ਪ੍ਰਥਾਏ ਮਹਾਰਾਜ ਸਾਹਿਬ ਜੀ ਨੇ
ਜਿਸ ਥਾਂ ਤੇ ਅੱਜ ਕੱਲ੍ਹ ਸ੍ਰੀ ਨਾਨਕ ਮਤਾ ਸਾਹਿਬ ਅਸਥਾਨ ਸੋਭਨੀਕ ਹੈ, ਉਸ ਥਾਂ ਤੇ ਸਿੱਧਾਨਾਥਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਨੇ ਇਹ ਅਸ਼ਟਪਦੀ, ਇਹ ਪਵਿੱਤਰ ਬਚਨ ਉਚਾਰਨ ਕੀਤੇ ਹਨ ਰਾਮ ਕਲੀ ਰਾਗ ਦੀਆਂ ਅਸ਼ਟਪਦੀਆਂ। ਤੋ ਜਿਵੇਂ ਗਰੀਬ ਨਵਾਜ ਸਾਹਿਬ ਜੀ ਰਹਿਮਤ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਇਹ 18ਵੇਂ ਸਥਾਨ ਤੇ ਹੈ। ਪਹਿਲਾ ਸ੍ਰੀ ਰਾਗ ਹੈ, ਦੂਸਰਾ ਮਾਝ ਹੈ, ਤੀਸਰਾ ਗੌੜੀ ਹੈ, ਚੌਥੇ ਨੰਬਰ ਤੇ ਆਸਾ ਹੈ, ਗੂਜਰੀ ਹੈ, ਦੇਵ ਗੰਧਾਰੀ ਹੈ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰੋ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ ਤੇ ਜੈਜਾਵੰਤੀ। ਇਹ 31 ਰਾਗ ਰਾਗਣੀਆਂ ਹਨ। ਇਹਨਾਂ ਵਿੱਚੋਂ ਜੋ ਇਹ ਰਾਮਕਲੀ ਰਾਗ ਹੈ, ਇਹਦਾ ਸਥਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ 18ਵਾਂ ਹੈ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਰਾਮਕਲੀ ਰਾਗ ਦੁਆਰਾ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖ ਅਜਨ ਕੀਓ ਪ੍ਰਗਾਸ, ਜਿਨ੍ਹਾਂ ਨੇ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਹੀ ਪ੍ਰਕਾਸ਼ ਧਾਰਿਆ। ਸੰਸਾਰ ਦੀ ਕਲਿਆਣ ਹਿੱਤ ਹੀ ਸੰਸਾਰ ਵਿੱਚ ਆਉਣਾ ਕੀਤਾ। ਆਪ ਨਰਾਇਣ ਕਲਾ ਧਾਰ, ਜਗ ਮਹਿ ਪਰਵਰਿਆਓ, ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਆ। ਐਸੇ ਜਗਤ ਗੁਰੂ ਜੀ ਉਚਾਰਨ ਕਰਦੇ ਹਨ। ਜੋਗੀ ਲੋਕ ਹੱਠ ਕਰਦੇ, ਹੱਠ ਦੇ ਨਾਲ ਆਪਣੀ ਇੰਦਰੀਆਂ ਨੂੰ ਵਸ ਕਰਨਾ, ਹੱਠ ਦੇ ਨਾਲ ਮਨ ਦੇ ਫੁਰਨਿਆਂ ਨੂੰ ਨਿਗ੍ਰਹ ਰੋਕਣਾ। ਗਰੀਬ ਨਵਾਜ ਕਹਿੰਦੇ ਜੋ ਹੱਠ ਕਰਕੇ ਨਿਗ੍ਰਹ ਕਰ, ਜੋ ਇੰਦਰੀਆਂ ਦਾ ਦਮਨ ਕਰਨਾ ਹੈ, ਹੱਠ ਕਰਕੇ ਜੋ ਮਨ ਦੇ ਫੁਰਨਿਆਂ ਨੂੰ ਰੋਕਣਾ ਹੈ, ਇੰਦਰੀਆਂ ਨੂੰ ਰੋਕਣਾ ਹੈ, ਇਸ ਤਰੀਕੇ ਦੇ ਨਾਲ ਕਾਇਆ ਛੀਜੈ। ਕਾਇਆ ਵਿੱਚ ਪੈ ਪੈ ਕੇ, ਸਰੀਰ ਵਿੱਚ ਪੈ ਕੇ, ਵਾਰ-ਵਾਰ ਜਨਮ ਲੈ ਕੇ, ਕਾਇਆ ਧਾਰਨ ਕਰਕੇ ਫਿਰ ਛੀਜੇ ਨਾਸ ਹੋਣਾ ਪੈਂਦਾ ਹੈ। ਅਥਵਾ ਜੋ ਹੱਠ ਕਰਕੇ, ਹੱਠ ਦੇ ਨਾਲ, ਜ਼ੋਰ ਦੇ ਨਾਲ, ਧੱਕੇ ਦੇ ਨਾਲ ਆਪਣੇ ਇੰਦਰੀਆਂ ਨੂੰ ਰੋਕਣ ਦਾ ਯਤਨ ਕਰਨਾ ਹੈ ਵੀ ਅੰਦਰ ਮਨ ਵਿੱਚ ਤਾਂ ਫੁਰਨੇ ਚੱਲਦੇ ਹੀ ਆ ਤੇ ਇੰਦਰੀਆਂ ਨੂੰ ਰੋਕਣਾ। ਇਸ ਤਰੀਕੇ ਨਾਲ ਮਹਾਰਾਜ ਕਹਿੰਦੇ ਕਾਇਆ ਛੀਜੇ। ਜਿਹੜੀ ਕਾਇਆ ਵੀ ਹੈ ਨਾ, ਸਰੀਰ ਵੀ ਹੈ, ਇਹ ਵੀ ਵਿਕਾਰਾਂ ਦੇ ਵਿੱਚ ਛੀਜੇ ਨਾਸ ਹੁੰਦਾ ਰਹਿੰਦਾ ਹੈ, ਕਿਉਂਕਿ ਅੰਦਰੋਂ ਵਾਸ਼ਨਾ ਨਹੀਂ ਮਿਟਦੀ ਹੈ। ਅੰਦਰੋਂ ਫੁਰਨੇ ਜਿਹੜੇ ਹਨ ਉਹ ਨਹੀਂ ਮਿਟਦੇ ਹਨ। ਜਿਵੇਂ ਮਹਾਰਾਜ ਕਹਿੰਦੇ ਵੀ ਕੋਈ ਖੁੱਡ ਨੂੰ ਕੁੱਟੀ ਜਾਵੇ ਤੇ ਖੁੱਡ ਨੂੰ ਕੁੱਟਣ ਦੇ ਨਾਲ ਸੱਪ ਨਹੀਂ ਮਰਦਾ। ਸੱਪ ਵਰਮੀ ਦੇ ਵਿੱਚ ਹੈ, ਖੁੱਡ ਦੇ ਵਿੱਚ ਹੈ, ਤੇ ਉੱਤੋਂ ਵਰਮੀ ਨੂੰ ਹੀ ਕੁੱਟੀ ਜਾਵੇ ਕੋਈ, ਤੇ ਵਿੱਚ ਵਰਮੀ ਦੇ ਜਿਹੜਾ ਖੁੱਡ ਦੇ ਵਿੱਚ ਸੱਪ ਬੈਠਾ ਹੈ ਉਹ ਸੱਪ ਨਹੀਂ ਮਰਦਾ। ਹੱਠ ਕਰਨ ਦੇ ਨਾਲ ਸਰੀਰ ਨੂੰ ਜਿਹੜਾ ਰੋਕ ਕੇ ਰੱਖਣਾ, ਅੰਦਰੋਂ ਮਨ ਦੇ ਫੁਰਨੇ ਜਿਹੜੇ ਹਨ ਉਹ ਨਹੀਂ ਮਿਟਦੇ ਹਨ। ਵਰਮੀ ਮਾਰੀ ਸਾਪ ਨਾ ਮਰਾਈ, ਇਸ ਤਰ੍ਹਾਂ ਦੀ ਹਾਲਤ। ਉਹਦੇ ਵਾਸਤੇ ਕੀ ਕਰਨਾ ਪਵੇਗਾ? ਮਹਾਰਾਜ ਕਹਿੰਦੇ ਪ੍ਰਭੂ ਦਾ ਨਾਮ ਦਾ ਰਸ ਲੈਣਾ ਪਵੇਗਾ, ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰਨਾ ਪਵੇਗਾ, ਜਿਸ ਕਰਕੇ ਮਨ ਦੀਆਂ ਵਾਸ਼ਨਾ ਮਿਟਣ, ਮਨ ਦੇ ਭੈੜੇ ਫੁਰਨੇ ਜਿਹੜੇ ਉਹ ਖਤਮ ਹੋਣ, ਤੇ ਫਿਰ ਹੱਠ ਬਹੁਤਾ ਨਹੀਂ ਕਰਨਾ ਪਵੇਗਾ।
फिर उद्यम तो हाँ करना है, शरीर को उद्यम करना है, इशनान करना है, सिमरन करना उद्यमी तो है, पर वो जड़ा एक हठ है, कोझा हठ, वो हठ नहीं फिर करना बहुता पवेगा जिस वेले शब्द नाल जुड़ गया, क्योंकि अंदर दे फुरने शब्द नाल जुड़ करके मिटने हैं। सतगुरु कहते हे सिद्धो नाथो, जो हठ करके अपनी इंद्रियां नूं रोकण दा यतन करदे हो, इस तरीके दे नाल काया शरीर जिहड़ा ये छिजदा है, नास हुंदा है। ते काया दा अर्थ बुद्धि भी कीता है। जिहड़ी बुद्धि है वो भी विकारां दे विच वो विषय विषैणी हो करके छीजे नास हुंदी है। अंदर जिहड़े फुरने चलदे रहिंदे हन। ते निग्रह नाम जिथे रोकण दा है, उत्थे महापुरखां ने नन्ना अखर वखरा करके अर्थ भी किया है। हठ निग्रह कर काया छीजै, कि हठ करके ने ग्रहो ने रहत हो जाते हो, जे ग्रहो जिहड़े घर तो भी घर छड्ड के बाहर जंगल नूं चले जाना, पहाड़ां नूं चले जाना। हठ करके घर छड्डण दे नाल भी ये काया जिहड़ी है ये छिजदी है, विकारां विच नास हुंदी है। घर छड्डण दे नाल भी विकार नहीं छड्डे जांदे। भगत कबीर साहब जी ने भी आख्या है, गृहो ताज मन खंड जाइए, चुन खाइए कंदा, अजहो विकार ना छोड़ई पापी मन मंदा। कहते घर छड्ड के जंगल च चले गया, पर मन का मंदा सुभाअ ले भी नहीं त्यागया गया, मन ने विकार फिर भी नहीं छड्डे। जंगल च बैठा ही विकारां दे फुरने, विकारां दीयां चितवणियां चितवी जांदा है, कला बैठा होया ही विकारां नूं चेते करी जांदा है। तां सतगुरु कहंदे भी इस तरह हठ करके घर छड्डण नाल भी विकार नहीं छड्डे जांदे। हठ करके जिहड़ा है इंद्रियां दा दमन करना, इस तरीके नाल काया बुद्धि ते काया शरीर ये चीज़े नास हुंदा विकारां दे विच। ਵਰਤ ਤਪਨ ਕਰ ਮਨ ਨਹੀਂ ਭੀਜੈ, ते वर्तन रखण दे नाल भी मन जिहड़ा है परमेश्वर दे विच जुड़दा नहीं है, परमेश्वर दे विच भिजदा नहीं है, मनदा नहीं है मन। वर्त रखण दे नाल भी कई तरह के वर्त रखे जाते हैं, एकादशी का, द्वादशी का, कई तरीके दे वर्त संसार च रखे जाते। महाराज कहंदे वो वर्त रखण दे नाल भी मन जिहड़ा है वो परमेश्वर दे नाम विच नहीं जुड़दा है। ते तपन कर, अनेक तरह का तप करन दे नाल, धूणियां तपाउण दे नाल, 4 धूणियां आले दुआले गर्मी की रुत जेठ हाड़ विच बाल के, पंजवां उत्तों सूरज की धुप पैनी है, 5 धूणियां ताउणियां। इस तरीके नाल तपन कर, अपने आप नूं तपा करके भी मन जिहड़ा है वो भिजदा नहीं है, परमेश्वर वाहिगुरू जी दे नाम विच नहीं जुड़दा है। वर्त रखण दे नाल ते तपन तप सियाल दी रुत दे विच, आपो माघ दी ठंडी रुत दे विच पानी विच खलो करके जल धारा जो करनी है, इहो जिहा तप करन दे नाल शरीर नूं कष्ट देण दे नाल मन जिहड़ा है भिजदा नहीं, परमेश्वर विच नहीं जुड़दा है। ਰਾਮ ਨਾਮ ਸਰ ਅਵਰ ਨਾ ਪੂਜੈ। जगत गुरु जी कहंदे हे सिद्धो नाथो, सब तो श्रेष्ठ है राम नाम, रमे होए वाहिगुरू परमेश्वर दा नाम, जो सारियां थावां ते रमिया होया है। सबै घट राम बोले, रामा बोले राम बिना को बोले रे। ऐसा जो रमिया होया परमेश्वर है, जिहदा वासा जल विच भी है, थल विच भी है, धरती विच भी है, आकाश विच भी है, मनुखां विच है, 84 लाख जूनां विच है, जरे जरे विच है, पत्ते पत्ते विच है, कण कण विच है। सारे कारणां नूं करन वाला है, सारी सृष्टि दा वो करता है। करन कारण प्रभ एक है, दूसर नाहि कोय, नानक तिस बलिहारण है, जल थल महीयल सोए। जिहड़ा जल थल महीयल सोए परमेश्वर है, वो रमंती रामा राम है। रमिया होया होण करके उहनूं राम आख्या है, व्यापक होण करके उहदा नाम राम पिया है। सतगुरु कहंदे राम नाम सार, सार नाम है सदर्श दा, बराबर दा, तुल दा। वो रमे होए परमेश्वर दे नाम दे सर कहिए तुल बराबर अवर ना पूजा है। होर कुछ भी पुज नहीं सकता है, ना कोई हठ पुज सकता है, ना कोई वर्त पुज सकता है,
ਨਾ ਕੋਈ ਤਪੱਸਿਆ ਪੁੱਜ ਸਕਦੀ ਹੈ। ਪਰਮੇਸ਼ਰ ਦਾ ਨਾਮ ਜਪਣਾ ਸਭ ਤੋਂ ਸ੍ਰੇਸ਼ਟ ਹੈ, ਸਾਰੇ ਸਾਧਨਾ ਤੋਂ ਉੱਤਮ ਹੈ। ਉਸ ਵਾਹਿਗੁਰੂ ਦਾ ਨਾਮ ਜੋ ਸਾਰੇ ਵਿਆਪਕ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਰਾਮ ਨਾਮ ਸਾਰ ਅਵਰ ਨਾ ਪੂਜੈ। ਮਾਰੇ ਕਹਿੰਦੇ ਕੋਈ ਵੀ ਸਾਧਨ ਨਹੀਂ ਪੁੱਜ ਸਕਦਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੇ ਬਰਾਬਰ। ਤੋਲ ਕੇ ਵੇਖੇ ਮਾਰੇ ਕਹਿੰਦੇ ਦੁਨੀਆ ਦੇ ਸਾਧਨ ਸਾਰੇ ਹੌਲੇ ਰਹਿ ਜਾਂਦੇ। ਨਾਮ ਦਾ ਪਲੜਾ ਭਾਰੀ ਹੈ। ਤਕੜੀ ਵਿੱਚ ਤੋਲ ਕੇ ਵੇਖੇ ਜਿੰਨੇ ਵੀ ਸਾਧਨ, ਇੱਕ ਪਾਸੇ ਨਾਮ ਰੱਖ ਕੇ ਤੇ ਦੂਜੇ ਪਾਸੇ ਬਾਕੀ ਸਾਰੇ ਜਿੰਨੇ ਵੀ ਕਰਮ ਹਨ ਉਹ ਰੱਖ ਕਰਕੇ, ਸਾਰੇ ਸਾਧਨ ਰੱਖ ਕੇ ਵੇਖੇ ਛਾਬੇ ਦੇ ਵਿੱਚ, ਬਾਕੀ ਜਿੰਨੇ ਦੁਨੀਆ ਦੇ ਸਾਧਨ ਹਨ, ਕਰਮ ਧਰਮ ਹਨ, ਉਹ ਛਾਬਾ ਤੇ ਉੱਪਰ ਉੱਠ ਜਾਂਦਾ ਹੈ। ਪਰ ਨਾਮ ਦਾ ਜਿਹੜਾ ਛਾਬਾ ਹੈ ਉਹ ਨੀਵਾਂ, ਉਹ ਭਾਰਾ ਹੈ। ਨਾਮ ਦੇ ਬਰਾਬਰ ਨਹੀਂ ਕੋਈ ਵੀ ਪੁੱਜ ਸਕਦਾ ਹੈ। ਸੁਖਮਨੀ ਸਾਹਿਬ 'ਚ ਵੀ ਮਹਾਰਾਜ ਨੇ ਆਖਿਆ ਨਾ ਕਿ ਨਾਮ ਐਸਾ ਅਮੋਲਕ ਹੈ, ਕੋਈ ਵੀ ਸਾਧਨ ਨਹੀਂ ਬਰਾਬਰ ਪਹੁੰਚ ਸਕਦਾ। ਬਹੁ ਸ਼ਾਸਤਰ ਬਹੁ ਸਿਮਰਤੀ, ਬਹੁ ਸ਼ਾਸਤਰ ਬਹੁ ਸਿਮਰਤੀ, ਬਹੁ ਸਿਮਰਤੀ, ਸ਼ਾਸਤਰ ਬਹੁ ਸਿਮਰਤੀ। ਪੇਖੇ ਸਰਬ ਢੋਲ, ਪੇਖੇ ਸਰਬ ਢੋਲ, ਪੂਜਸ ਨਾਹੀ ਹਰ ਹਰੇ, ਪੂਜਸ ਨਾਹੀ ਹਰ ਹਰੇ, ਨਾਹੀ ਹਰ ਹਰੇ, ਪੂਜਸ ਨਾਹੀ ਹਰ ਹਰੇ। ਨਾਨਕ ਨਾਮ ਅਮੋਲ, ਨਾਨਕ ਨਾਮ ਅਮੋਲ, ਆਖਿਆ ਨਾਮ ਐਸਾ ਅਮੋਲਕ ਹੈ, ਨਾਮ ਦੇ ਬਰਾਬਰ ਪੁੱਜ ਨਹੀਂ ਸਕਦੇ। ਜਿਹੜਾ ਇਸ ਪੰਕਤੀ 'ਚ ਆਇਆ ਨਾ ਪਾਠ ਪੂਜਸ, ਇਹਨੂੰ ਮਹਾਂਪੁਰਖਾਂ ਨੇ ਦੱਸਿਆ ਵੀ ਇਹਨੂੰ ਕੱਸ ਕੇ ਬੋਲਣਾ। ਇਹ ਪੁੱਜਣ ਦਾ ਵਾਚਕ ਹੈ, ਪਹੁੰਚਣ ਦਾ ਵਾਚਕ ਹੈ, ਤੁਲਣ ਦਾ ਵਾਚਕ ਹੈ। ਇਹ ਪੂਜਾ ਕਰਨ ਦਾ ਵਾਚਕ ਨਹੀਂ ਹੈ। ਇਹਨੂੰ ਪੂਜਸ ਨਹੀਂ, ਇਹਨੂੰ ਪੂਜਸ ਕੱਸ ਕੇ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਨਾਮ ਐਸਾ ਅਮੋਲਕ ਹੈ, ਨਾਮ ਦੇ ਬਰਾਬਰ ਦੁਨੀਆ ਦਾ ਕੋਈ ਸਾਧਨ ਨਹੀਂ ਪੁੱਜ ਸਕਦਾ, ਨਹੀਂ ਪਹੁੰਚ ਸਕਦਾ। ਜਿੱਡਾ ਵੱਡਾ ਨਾਮ ਹੈ, ਜਿੱਡਾ ਉੱਚਾ ਨਾਮ ਹੈ ਵਾਹਿਗੁਰੂ ਜੀ ਦਾ। ਫਿਰ ਅੱਗੇ ਮਹਾਰਾਜ ਨੇ ਅਸ਼ਟਪਦੀ 'ਚ ਇੱਕ ਇੱਕ ਕਰਮ ਧਰਮ ਦਾ ਖੁਲਾਸਾ ਕੀਤਾ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ। ਮਹਾਰਾਜ ਸਾਹਿਬ ਜੀ ਨੇ ਆਖਿਆ ਸਰੀਰ ਕਟਾਏ, ਕੋਈ ਆਪਣੇ ਸਰੀਰ ਨੂੰ ਵੀ ਕਟਾ ਕੇ ਹਵਨ ਕਰ ਦਵੇ। ਸਰੀਰ ਦਾ ਵੀ ਅੱਗ 'ਚ ਘਿਓ ਪਾ ਕੇ ਹਵਨ ਕੀਤਾ ਜਾਂਦਾ ਨਾ। ਸਤਿਗੁਰੂ ਕਹਿੰਦੇ ਵੀ ਰੱਤੀ ਰੱਤੀ ਕਰਕੇ, ਭੋਰਾ ਭੋਰਾ ਕਰਕੇ ਆਪਣੇ ਸਰੀਰ ਨੂੰ ਕਟਾ ਕੇ ਵੀ ਕੋਈ ਅੱਗ 'ਚ ਭੇਟ ਕਰ ਦਵੇ, ਪਰ ਨਾਮ ਜਪਣ ਦੇ ਬਰਾਬਰ ਇਹ ਵੀ ਨਹੀਂ ਪਹੁੰਚ ਸਕਦਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ। ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਆਨੰਦਪੁਰ ਸਾਹਿਬ ਇੱਕ ਯੋਗਾ ਅਭਿਆਸੀ ਆਇਆ ਸੀ, ਯੋਗੀ। ਉਹਨੇ ਬੜੇ ਸਾਲ ਤਪੱਸਿਆ ਕੀਤੀ ਹੋਈ ਸੀ, ਯੋਗਾ ਅਭਿਆਸ ਕੀਤਾ ਸੀ। ਬੜਾ ਘਮੰਡ ਸੀ ਉਸ ਨੂੰ ਕਿ ਮੈਂ ਬੜੇ ਸਾਲ ਤਪੱਸਿਆ ਕੀਤੀ ਹੈ। ਤੇ ਸਤਿਗੁਰੂ ਜੀ ਨੇ ਉਹਦਾ ਘਮੰਡ ਦੂਰ ਕਰਨ ਵਾਸਤੇ ਦਸ਼ਮੇਸ਼ ਪਾਤਸ਼ਾਹ ਜੀ ਨੇ ਭਾਈ ਧੰਨਾ ਸਿੰਘ ਜੀ ਨੂੰ ਆਪਣੇ ਪਾਸ ਬੁਲਾਇਆ। ਗੁਰੂ ਘਰ ਦਾ ਸੇਵਾਦਾਰ ਸੀ ਭਾਈ ਧੰਨਾ ਸਿੰਘ, ਨਸ਼ਹਿਰੇ ਪਨੂਆ ਦਾ ਸੀ ਪਿੱਛੋਂ ਸਾਧ ਸੰਗਤ ਜੀ। ਜੋ ਮਾਝੇ ਨਸ਼ਹਿਰੇ ਪਨੂਆ ਨਗਰ ਹੈ ਨਾ, ਉੱਥੋਂ ਦਾ ਸੀ ਭਾਈ ਧੰਨਾ ਸਿੰਘ। ਤੇ ਕਲਗੀਧਰ ਪਾਤਸ਼ਾਹ ਜੀ ਦੇ ਘੋੜਿਆਂ ਦੀ ਸੇਵਾ ਕਰਿਆ ਕਰਦਾ ਸੀ।
ਇਤਿਹਾਸ ਵਿੱਚ ਘਾਈ ਵੀ ਲਿਖਿਆ, ਧੰਨਾ ਸਿੰਘ ਘਾਈ, ਵੀ ਘਾਹ ਪੱਠਾ ਪਾਉਂਦਾ ਹੁੰਦਾ ਸੀ, ਘੋੜਿਆਂ ਦੀ ਸੇਵਾ ਕਰਦਾ ਸੀ। ਆਵਾਜ਼ ਮਾਰੀ ਪਾਸ ਆਪਣੇ ਧੰਨਾ ਸਿੰਘ ਨੂੰ, ਤੇ ਗਰੀਬ ਨਵਾਜ ਕਹਿਣ ਲੱਗੇ ਵੀ ਧੰਨਾ ਸਿੰਘਾ ਇੱਕ ਵਾਰੀ ਕਹਿ ਵਾਹਿਗੁਰੂ। ਹੱਥ ਜੋੜ ਕੇ ਧੰਨਾ ਸਿੰਘ ਨੇ ਆਖਿਆ ਵਾਹਿਗੁਰੂ। ਤੇ ਮਹਾਰਾਜ ਕਹਿੰਦੇ ਉਹ ਜੋਗੀ ਵੱਲੇ ਵੇਖ ਕੇ ਵੀ ਜੋਗੀ, ਤੇਰੀ ਸਾਰੀ ਜ਼ਿੰਦਗੀ ਦੇ ਤਪੱਸਿਆ ਦਾ ਜਿਹੜਾ ਤਪੱਸਿਆ ਤੂੰ ਕੀਤੀ ਹੈ ਨਾ, ਆ ਧੰਨਾ ਸਿੰਘ ਦੇ ਇੱਕ ਵਾਰੀ ਵਾਹਿਗੁਰੂ ਬੋਲਣ ਦੇ ਬਰਾਬਰ ਨਹੀਂ। ਜੋ ਧੰਨਾ ਸਿੰਘ ਨੇ ਇੱਕ ਵਾਰੀ ਵਾਹਿਗੁਰੂ ਬੋਲਿਆ, ਇਹਦੇ ਬਰਾਬਰ ਨਹੀਂ ਤੇਰੇ ਸਾਰੀ ਦੁਨੀਆ ਦਾ, ਤੇਰੇ ਸਾਰੀ ਜ਼ਿੰਦਗੀ ਦਾ ਜਿਹੜਾ ਤਪ ਹੈ, ਸਾਰੀ ਜ਼ਿੰਦਗੀ ਦਾ ਤਪ ਜੋ ਹੁਣ ਤੀਕ ਤੋਂ ਵੱਖ-ਵੱਖ ਥਾਵਾਂ ਤੇ ਘਾਲਣਾ ਘਾਲੀ ਤਪ ਕੀਤਾ। ਮਨ ਵਿੱਚ ਸ਼ੰਕਾ ਫਿਰ ਵੀ ਆ ਵੀ ਇਹ ਕੀ ਗੱਲ, ਮੈਂ ਤਾਂ ਇੰਨੇ ਸਾਲ ਜ਼ਿੰਦਗੀ ਦੇ ਲਾਏ ਆ, ਵੱਖ-ਵੱਖ ਥਾਵਾਂ ਤੇ ਵਿਚਰਦਿਆਂ ਹੋਏ ਆ, ਮੈਂ ਤਾਂ ਯੋਗਾ ਅਭਿਆਸ ਕੀਤਾ ਹੈ, ਧੂਣੀਆਂ ਤਾਈਆਂ ਜਲ ਧਾਰੇ ਕੀਤੇ, ਤਪ ਕੀਤਾ। ਸਤਿਗੁਰੂ ਕਹਿੰਦੇ ਧੰਨਾ ਸਿੰਘ ਦੇ ਸਰੀਰ ਦੇ ਨਾਲ ਆਪਣਾ ਸਿਰ ਲਾ ਕੇ ਵੇਖ ਜੋਗੀ। ਜਦੋਂ ਧੰਨਾ ਸਿੰਘ ਦੇ ਸਰੀਰ ਦੇ ਨਾਲ ਆਪਣਾ ਸਿਰ ਲਾਇਆ ਨਾ, ਤੇ ਕੀ ਵੇਖਦਾ ਹੈ ਕਿ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ 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 ਦੇ ਝਰਨਾਟੇ ਹੀ ਪੈ ਰਹੇ, ਆਵਾਜ਼ਾਂ ਆ ਰਹੀਆਂ। ਮਹਾਰਾਜ ਕਹਿੰਦੇ ਧੰਨਾ ਸਿੰਘ ਨੇ ਇੱਕ ਰਸਨਾ ਤੋਂ ਹੀ ਵਾਹਿਗੁਰੂ ਨਹੀਂ ਆਖਿਆ, ਇੱਕ ਰਸਨਾ ਨਾਲ ਜਦੋਂ ਵਾਹਿਗੁਰੂ, ਤੇ ਉਹਦੇ ਤਾਂ ਰੋਮ ਰੋਮ ਜਪਦਾ ਪਿਆ। 3.5 ਕਰੋੜ ਰੋਮ ਦੱਸਿਆ ਇੱਕ ਸਰੀਰ ਦੇ ਉੱਤੇ ਗ੍ਰੰਥਕਾਰਾਂ ਨੇ, ਜੋ ਸਾਡੇ ਹੱਥਾਂ ਦੇ ਉੱਤੇ, ਬਾਹਾਂ ਦੇ ਉੱਤੇ, ਸਾਰੇ ਸਰੀਰ ਦੇ ਇੱਕ ਇੱਕ ਅੰਗ ਉੱਤੇ ਰੋਮ ਆ ਨਾ, ਕੇਸ ਵਾ, ਇਹ 3.5 ਕਰੋੜ ਕਹਿੰਦੇ ਹਰੇਕ ਵਿਅਕਤੀ ਦੇ ਇੰਨੇ ਰੋਮ ਆ। ਤੇ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਧੰਨਾ ਸਿੰਘ ਤੇ ਐਸੀ ਬਖਸ਼ਿਸ਼ ਕੀਤੀ ਵੀ ਰੋਮ ਰੋਮ ਚੋਂ ਜਾਪ ਹੋ ਰਿਹਾ। ਤਾਂ ਐਸੇ ਪ੍ਰੇਮ ਦੇ ਵਿੱਚ ਸਤਿਗੁਰੂ ਇੱਥੇ ਦੱਸ ਰਹੇ, ਕਹਿੰਦੇ ਵੀ ਹੋਰ ਜਿੰਨੇ ਵੀ ਸਾਧਨ ਵਾ ਨਾ, ਉਹ ਵਰਤ ਤੇ ਹੋਰ ਤਪ ਕਰਨੇ, ਰਾਮ ਨਾਮ ਸਰ ਅਵਰ ਨਾ ਪੂਜੈ। ਉਹ ਸਰਬ ਵਿਆਪਕ ਪਰਮੇਸ਼ਰ ਦੇ ਨਾਮ ਜਪਣ ਦੇ ਬਰਾਬਰ ਕੋਈ ਸਾਧਨ ਨਹੀਂ ਪੁੱਜ ਸਕਦਾ। ਇਸ ਕਰਕੇ ਭਾਈ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਣਾ ਚਾਹੀਦਾ, ਬੰਦਗੀ ਕਰਨੀ ਚਾਹੀਦੀ ਹੈ। ਹਰਿ ਜਨ ਸੰਗ ਕੀਜੈ। ਰਹਾਉ ਦੀਆਂ ਤੁਕਾਂ 'ਚ ਸਤਿਗੁਰੂ ਕਹਿ ਰਹੇ ਆ ਕਿ ਆਪਣੇ ਮਨ ਨੂੰ ਸਮਝਾਈਏ, ਹੇ ਮਨਾ ਗੁਰੂ ਦੀ ਸੇਵਾ ਕਰਿਆ ਕਰ। ਗੁਰ ਸੇਵਾ ਤਪਾਂ ਸਿਰ ਤਪ ਸਾਰ। ਗੁਰੂ ਸਾਹਿਬ ਜੀ ਦੀ ਸੇਵਾ ਸਾਰੇ ਤਪਾਂ ਤੋਂ ਸ਼੍ਰੋਮਣੀ ਤਪ ਹੈ। हे मना गुरु की सेवा कर। गुरबाणी पढ़नी, गुरबाणी सुननी, कीर्तन करना सुनना, संगत विच बैठना, ये भी सारी सेवा है। नाम जपना भी सेवा है। साध संगत जी, सुखमनी साहब जी महाराज साहब जी ने फरमाया, गरीब नवाज साहब कहते, जन लागा हर नाम की सेवा। ਜਿਹੜਾ ਜਨ ਨਾਮ ਜਪਣ ਵਿੱਚ ਲੱਗਾ ਹੋਇਆ, ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦੀ ਸੇਵਾ 'ਚ ਲੱਗਾ ਹੋਇਆ ਹੈ। ਜਿਹੜਾ ਆਪ ਹੀ ਜਪ ਰਿਹਾ ਨਾ ਬੈਠਾ ਹੋਇਆ, ਉਹ ਵੀ ਸੇਵਾ ਹੀ ਕਰ ਰਿਹਾ ਹੈ, ਤੇ ਜਿਹੜਾ ਦੂਸਰਿਆਂ ਨੂੰ ਵੀ ਜਪਾ ਰਿਹਾ, ਉਹ ਵੀ ਸੇਵਾ ਹੀ ਕਰ ਰਿਹਾ ਹੈ। ਜਨ ਲਾਗਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਉਹ ਹਰ ਹਰ ਦੇਵਾ ਪ੍ਰਕਾਸ਼ ਰੂਪ ਜੋ ਪਰਮੇਸ਼ਰ ਹੈ, ਉਹਦੀ ਪੂਜਾ ਕਰ ਰਿਹਾ ਜਿਹੜਾ ਸੇਵਕ ਨਾਮ ਜਪ ਰਿਹਾ ਤੇ ਜਪਾ ਰਿਹਾ ਹੈ। ਤੇ ਉੱਥੇ ਹੋਰ ਵੀ ਅਨੇਕ ਪ੍ਰਕਾਰ ਦੀ ਗੁਰੂ ਕੀ ਸੇਵਾ ਹੈ। ਝਾੜੂ ਫੇਰਨਾ, ਭਾਂਡੇ ਮਾਂਜਣੇ, ਦਰੀਆਂ ਝਾੜਨੀਆਂ, ਤੇ ਅਨੇਕ ਪ੍ਰਕਾਰ ਨਾਲ ਕੋਈ ਸੇਵਾ ਕਲਮ ਨਾਲ ਕੀਤੀ ਜਾਂਦੀ ਹੈ, ਕੋਈ ਝਾੜੂ ਨਾਲ ਕੀਤੀ ਜਾਂਦੀ ਹੈ, ਕੋਈ ਸੇਵਾ ਖੰਡੇ ਨਾਲ ਵੀ ਕੀਤੀ ਜਾਂਦੀ ਹੈ। ਆ ਜਿਹੜੇ ਦਿਨ ਲੰਘੇ ਹਨ, ਆਨੰਦਪੁਰ ਸਾਹਿਬ ਛੱਡਿਆ, ਉਹਨਾਂ ਸਿੰਘਾਂ ਨੇ ਹਥਿਆਰਾਂ ਨਾਲ ਵੀ ਸੇਵਾ ਗੁਰੂ ਕੀ ਕੀਤੀ ਹੈ। ਜ਼ਾਲਮਾਂ ਨੂੰ ਸੋਧਿਆ ਹੈ। ਚਮਕੌਰ ਸਾਹਿਬ ਦਾ ਯੁੱਧ ਹੋਇਆ ਹੈ। 40 ਸਿੰਘ ਮਹਾਰਾਜ ਦੇ ਨਾਲ, ਅਗਲੇ ਪਾਸੇ 10 ਲੱਖ ਤੋਂ ਵਧੇਕ ਫੌਜ ਹੈ। ਉਹਨਾਂ ਸਿੰਘਾਂ ਨੇ ਫਿਰ ਉਸ ਵੇਲੇ ਕਿਰਪਾਨਾਂ ਦੇ ਨਾਲ, ਨੇਜਿਆਂ ਦੇ ਨਾਲ, ਬਰਸ਼ਿਆਂ ਦੇ ਨਾਲ, ਪੇਸ਼ ਕਬਜ਼ ਦੇ ਨਾਲ, ਕਟਾਰਾਂ ਦੇ ਨਾਲ ਸੇਵਾ ਕੀਤੀ ਹੈ ਗੁਰੂ ਕੀ ਆਗਿਆ ਵਿੱਚ ਰਹਿ ਕੇ ਜ਼ਾਲਮਾਂ ਨੂੰ ਸੋਧਿਆ, ਸੇਵਾ ਕੀਤੀ। ਅਨਕ ਭਾਂਤ ਕਰ ਸੇਵਾ ਕਰੀਏ, ਅਨੇਕ ਪ੍ਰਕਾਰ ਦੀ ਸੇਵਾ ਹੈ। ਗੁਰ ਸੇਵ ਮਨਾ, हे ਮਨਾ ਗੁਰੂ ਕੀ ਸੇਵਾ ਕਰ, ਸੇਵਨ ਕਰ, ਭਗਤੀ ਕਰ,
ਹਰ ਜਨ ਸੰਗ ਕੀਜੈ। ਜਿੱਥੇ ਗੁਰੂ ਕੀ ਸੇਵਾ ਕਰਨੀ ਉੱਥੇ ਹਰੀ ਦੇ ਜਨਾਂ ਦਾ ਵੀ ਸੰਗ ਕਰ। ਜੋ ਵਾਹਿਗੁਰੂ ਦੇ ਸੇਵਕ ਹਨ, ਗੁਰੂ ਕੇ ਸਿੱਖ ਸੇਵਕ ਹਨ, ਨਾਮ ਜਪਣ ਵਾਲੇ, ਉਹਨਾਂ ਗੁਰਮੁਖਾਂ ਦੀ ਵੀ ਸੰਗਤ ਕਰ। ਜਮ ਜਿੰਦਾਰ ਜੋਏ ਨਿਕ ਸਾਕੈ। ਫਿਰ ਕੀ ਹੋਵੇਗਾ? ਜਿਹੜਾ ਜਮਦੂਤ ਹੈ ਨਾ, ਜੰਦਾਰ, ਜਿੰਦਦਾਰੀ ਵੈਰੀ, ਜਿੰਦ ਨੂੰ ਕੱਢਣ ਵਾਲਾ, ਜਿੰਦ ਨਿਮਾਣੀ ਕੱਢੀਏ ਹੱਡਾ ਕੂਕੜ ਕਾਏ, ਉਹ ਜਮ ਜਿਹੜਾ ਚੰਡਾਲ ਰੂਪ ਹੈ, ਜੋਹੇ ਨਹੀਂ ਸਾਕੈ। ਉਹ ਮਾਰੇ ਕਹਿੰਦੇ ਤੇਰੇ ਵੱਲੇ ਜੋਹੇ ਨਾਮ ਹੈ ਤੱਕਣ ਦਾ, ਵੇਖਣ ਦਾ, ਵੇਖ ਵੀ ਨਹੀਂ ਸਕੇਗਾ। ਜਿਹੜਾ ਜਿੰਦ ਨੂੰ ਕੱਢ ਕੇ ਲਿਜਾਣ ਵਾਲਾ ਜਮਦੂਤ ਹੈ, ਉਹ ਤੇਰੇ ਵੱਲੇ ਵੇਖ ਵੀ ਨਹੀਂ ਸਕੇਗਾ, ਤੇਰੇ ਵੱਲੇ ਤੱਕ ਵੀ ਨਹੀਂ ਸਕੇਗਾ। ਜਮ ਜੰਦਾਰ ਜੋਹੇ ਨਹੀਂ ਸਾਕੈ। ਜੇ ਤੂੰ ਗੁਰੂ ਦੀ ਸੇਵਾ ਕਰੇਗਾ, ਗੁਰੂ ਕੇ ਪਿਆਰਿਆਂ ਦਾ ਸੰਗ ਕਰੇਗਾ, ਸਿਮਰਨ ਕਰੇਗਾ, ਤੇ ਜਮਦੂਤ ਤੇਰੇ ਵੱਲੇ ਵੇਖ ਨਹੀਂ ਸਕਣਗੇ। ਸਰਪਨ ਡਸ ਨਾ ਸਕੈ ਹਰਿ ਕਾ ਰਸ ਪੀਜੈ। ਤੇ ਸਰਪਣ ਨਾਮ ਹੈ ਸਪਣੀ ਦਾ, ਤੇ ਸਪਣੀ ਨਾਮ ਹੈ ਸਾਧ ਸੰਗਤ ਜੀ ਮਾਇਆ ਦਾ। ਮਹਾਰਾਜ ਕਹਿੰਦੇ ਜਿਹੜੀ ਸਰਪਣ ਹੈ ਨਾ ਸਪਣੀ, ਉਹ ਤੈਨੂੰ ਡੰਗ ਨਹੀਂ ਸਕੇਗੀ। ਹਰ ਕਾ ਰਸ ਪੀਜੇ, ਹਰੀ ਦਾ ਰਸ ਪੀਤਿਆਂ। ਜੇ ਤੂੰ ਹਰੀ ਦੇ ਨਾਮ ਦਾ ਰਸ ਪੀਵੇਂਗਾ, ਪ੍ਰਭੂ ਦੇ ਨਾਮ ਨੂੰ ਜਪ ਕੇ ਪ੍ਰਭੂ ਨਾਮ ਦਾ ਰਸ ਪੀਵੇਂਗਾ, ਤੇ ਫਿਰ ਮਾਇਆ ਰੂਪੀ ਸਪਣੀ ਤੈਨੂੰ ਡੰਗ ਨਹੀਂ ਸਕੇਗੀ। ਮਾਇਆ ਰੂਪੀ ਸਪਣੀ ਤੈਨੂੰ ਨਹੀਂ ਡੰਗ ਮਾਰੇਗੀ। ਨਹੀਂ ਤਾਂ ਮਹਾਰਾਜ ਕਹਿੰਦੇ ਮਾਇਆ ਸਪਣੀ ਨੇ ਵੱਡਿਆਂ ਵੰਡਿਆਂ ਨੂੰ ਡੰਗ ਦਿੱਤਾ। ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸ਼ਨ ਮਹਾਦੇਵ ਛਲਿਆ। ਸਤਿਗੁਰੂ ਕਹਿੰਦੇ ਨੇ ਤੇ ਬ੍ਰਹਮਾ ਵਿਸ਼ਨ ਮਹਾਦੇਵ ਨੂੰ ਵੀ ਛਲ ਲਿਆ। ਇਹ ਸਪਣੀ ਐਸੀ ਹੈ। ਤਾਂ ਗਰੀਬ ਨਵਾਜ ਕਹਿੰਦੇ ਮਾਇਆ ਰੂਪੀ ਜਿਹੜੀ ਸਪਣੀ, ਇਹ ਤੈਨੂੰ ਡੰਗ ਨਹੀਂ ਮਾਰ ਸਕੇਗੀ। ਹਰ ਕਾ ਰਸ ਪੀਜੇ, ਇਹਦੇ ਡੰਗ ਤੋਂ ਬਚਣ ਵਾਸਤੇ ਹਰੀ ਪਰਮੇਸ਼ਰ ਦੇ ਨਾਮ ਦਾ ਰਸ ਪੀਣਾ ਕਰ। ਨਾਮ ਦੇ ਵਿੱਚ ਰਸ ਹੈ, ਨਾਮ ਰੂਪੀ ਰਸ ਨੂੰ ਪੀਣਾ ਕਰ। ਤੇ ਸਪਣੀ ਦਾ ਡੰਗਣਾ ਕੀ ਹੈ? ਜਿਹੜਾ ਮਨ ਵਿਕਾਰਾਂ ਵਿੱਚ ਖਚਤ ਹੋ ਜਾਣਾ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਨਿੰਦਿਆ ਚੁਗਲੀ ਵਿੱਚ ਲੱਗ ਜਾਣਾ, ਇਹੀ ਸਪਣੀ ਦਾ ਡੰਗਣਾ ਹੈ। ਸਤਿਗੁਰੂ ਕਹਿੰਦੇ ਵਿਕਾਰ ਤੈਨੂੰ ਖਚਤ ਨਹੀਂ ਕਰਨਗੇ ਜੇ ਤੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਪੀਵੇਂਗਾ। ਵਿਸਰਾਮ ਦੇ ਕਰਕੇ ਫਰਮਾਉਂਦੇ ਹਨ, ਬਾਜ ਬੜੇ ਰਾਗੀ ਜਗ ਭੀਜੈ। ਮਹਾਰਾਜ ਕਹਿੰਦੇ ਜੱਗ ਦੇ ਵਿੱਚ ਜੀਵ ਪੜ੍ਹਦੇ ਆ, ਪਰ ਵਾਦ ਵਿਅਰਥ ਪੜ੍ਹਾਈ ਨੂੰ ਪੜ੍ਹਦੇ ਹਨ। ਵਾਦ ਝਗੜੇ ਕਰਨ ਵਾਲੀ ਵਿਅਰਥ ਜਿਹੜੀ ਪੜ੍ਹਾਈ, ਮਹਾਰਾਜ ਕਹਿੰਦੇ ਚਰਚਾ ਕਰਨ ਵਾਸਤੇ ਹੀ ਪੜ੍ਹਾਈ ਕੀਤੀ ਜਾਂਦੀ ਹੈ। ਤੇ ਵਾਦ ਨਾਮ ਝਗੜੇ ਦਾ, ਜਿੱਥੇ ਵਾਦ ਨਾਮ ਵਿਅਰਥ ਦਾ ਹੈ। ਵੀ ਮਾਇਆ ਨੂੰ ਪ੍ਰਾਪਤ ਕਰਨ ਵਾਸਤੇ ਹੀ ਪੜ੍ਹਿਆ ਜਾਂਦਾ ਹੈ। ਮਾਇਆ ਨੂੰ ਇਕੱਤਰ ਕਰਨ ਵਾਸਤੇ, ਪਦਾਰਥ ਦੀ ਪ੍ਰਾਪਤੀ ਵਾਸਤੇ। ਤੇ ਸਤਿਗੁਰੂ ਕਹਿੰਦੇ ਵੀ ਜਿਹੜਾ ਐਸਾ ਪੜ੍ਹਨਾ ਹੈ ਉਹ ਵਿਅਰਥ ਹੈ। ਰਾਗੀ ਜਗ ਭੀਜੈ। ਰਾਗੀ ਵੀ ਇਹ ਰਾਗ ਮੋਹ ਦਾ ਨਾਮ ਹੈ। ਸੋ ਜੱਗ ਦੇ ਵਿੱਚ ਇਹ ਭਿੱਜਾ ਹੋਇਆ ਜੀਵ ਜੱਗ ਦੇ ਨਾਲ ਮੋਹ ਕਰ ਰਿਹਾ ਹੈ, ਤੇ ਜੱਗ ਦੇ ਵਿੱਚ ਮੋਹ ਪੈਦਾ ਕਰਨ ਵਾਲੀ ਹੀ ਪੜ੍ਹਾਈ ਪੜ੍ਹ ਰਿਹਾ ਹੈ। ਤ੍ਰੈ ਗੁਣ ਵਿਖਿਆ ਜਨਮ ਮਰੀਜੈ। ਤੇ ਤਿੰਨਾਂ ਗੁਣਾਂ ਦੇ ਵਿੱਚ ਹੀ ਵਿਖਿਆ ਮਾਇਆ ਦੇ ਜਿਹੜੇ ਤਿੰਨ ਗੁਣ ਹਨ, ਤਿੰਨ ਸੁਭਾਅ ਹਨ। ਰਜ ਗੁਣ, ਤਮ ਗੁਣ, ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ। ਰਜੋ ਗੁਣ, ਤਮੋ ਤੇ ਸਤੋ। ਕ੍ਰੋਧੀ ਸੁਭਾਅ, ਪਦਾਰਥਾਂਵਾਦੀ ਸੁਭਾਅ। ਔਰ ਇਸੇ ਤਰ੍ਹਾਂ ਸਾਹਮਣੇ ਜ਼ੋਰ ਜ਼ੁਲਮ ਹੋਈ ਜਾਵੇ ਤੇ ਉੱਥੇ ਸ਼ਾਂਤ ਕੀ ਸੁਭਾਅ ਬਣਾਈ ਰੱਖਣਾ। ਤਾਂ ਇਹ ਜੋ ਤ੍ਰਿਗੁਣੀ ਮਾਇਆ ਹੈ, ਮਹਾਰਾਜ ਕਹਿੰਦੇ ਇਹਦੇ ਵਿੱਚ ਪੈਣ ਕਰਕੇ ਜਨਮ ਵੀ ਹੁੰਦਾ ਹੈ ਤੇ ਮਰੀਜੇ ਮਰਨਾ ਵੀ ਹੁੰਦਾ ਹੈ। ਜੀਵ ਜਨਮ ਵਿੱਚ ਪੈ ਕੇ ਫੇਰ ਮਰਦਾ ਹੈ, ਭਾਵ ਆਵਾਗਾਉਣ ਵਿੱਚ ਪਿਆ ਰਹਿੰਦਾ ਹੈ। ਰਾਮ ਨਾਮ ਬਿਨ ਦੁਖ ਸਹੀਜੈ। ਜਿੰਨਾ ਚਿਰ ਇਹ ਸਰਬ ਵਿਆਪਕ ਪ੍ਰਭੂ ਦੇ ਨਾਮ ਜਪਣ ਤੋਂ ਬਿਨਾਂ ਹੈ ਨਾ, ਵਿਸ਼ੁੰਨਾ ਹੈ, ਉਹਨਾਂ ਚਿਰ ਇਹਨੂੰ ਜਨਮ ਮਰਨ ਦਾ ਦੁੱਖ ਸਹੀਜੇ ਸਹਿਣਾ ਹੀ ਪੈਂਦਾ ਹੈ। ਜਨਮ ਮਰਨ ਦਾ ਦੁੱਖ ਉਦੋਂ ਮਹਾਰਾਜ ਕਹਿੰਦੇ ਇਹਦਾ ਮਿਟੇਗਾ ਜਦੋਂ ਇਹ
ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪੇਗਾ। ਜਿੰਨਾ ਚਿਰ ਨਾਮ ਨਹੀਂ ਜਪਦਾ ਉਹਨਾਂ ਚਿਰ ਇਹਨੂੰ ਜੰਮਣਾ ਪੈਣਾ, ਮਰਨਾ ਪੈਣਾ, ਆਉਣਾ ਜਾਣਾ, ਇਹ ਆਵਾਗੌਣ ਬਣਿਆ ਹੀ ਰਹਿਣਾ। ਇਹ ਦੁੱਖ ਇਹਨੂੰ ਸਹਾਰਨਾ ਹੀ ਪੈਣਾ ਹੈ। ਸਤਿਗੁਰੂ ਕਹਿੰਦੇ, ਹੇ ਸਿੱਧੋ, ਤੁਸੀਂ ਦਸਮ ਦੁਆਰ ਦੇ ਵਿੱਚ ਆਪਣੀ ਸਵਾਸਾਂ ਨੂੰ ਪਵਨ ਨੂੰ ਚੜਾ ਲੈਂਦੇ ਹੋ ਇਸ ਤਰੀਕੇ ਦੇ ਨਾਲ, ਤੇ ਅਸੀਂ ਮਿਹਨਤ ਕਰਦੇ ਹੋ ਵੀ ਜਿੱਥੇ ਸਿੰਘਾਸਨ, ਜਿੱਥੇ ਆਸਨ ਲਾ ਕੇ ਬੈਠਦੇ ਹੋ, ਉਹ ਪਸੀਨੇ ਦੇ ਨਾਲ ਸਿੰਘਾਸਨ ਵੀ ਆਸਨ ਵੀ ਭਿੱਜ ਜਾਂਦਾ ਹੈ। ਨਿਉਲੀ ਕਰਮ ਖਾਟੇ ਕਰਮ ਕਰੀਜੈ, ਤੇ ਨਿਉਲੀ ਕਰਮ ਵੀ ਕਰਦੇ ਹੋ, ਆਪਣੀਆਂ ਅੰਤੜੀਆਂ ਨੂੰ ਸਾਫ਼ ਕਰਨ ਵਾਸਤੇ ਐਸੀ ਕਿਰਿਆ ਵੀ ਕਰਦੇ ਹੋ। ਤੇ 6 ਕਰਮ ਜਿਹੜੇ ਹਨ ਵੱਖ-ਵੱਖ ਤਰ੍ਹਾਂ ਦੇ, ਉਹ 6 ਕਰਮ ਵੀ ਕਰਦੇ ਹੋ। ਨਿਉਲੀ ਨੇਤੀ ਧੋਤੀ ਵੀ ਕਰਦੇ ਹੋ, ਆਪਣੀਆਂ ਆਂਦਰਾਂ ਨੂੰ ਧੋਂਦੇ ਹੋ। ਹੋਰ ਕਈ ਤਰੀਕੇ ਦੇ ਜਿਹੜੇ ਉਹ ਕਰਮ ਕੀਤੇ ਜਾਂਦੇ ਹਨ। ਰਾਮ ਨਾਮ ਬਿਨ ਮਿਲਤਾ ਸਾਸ ਲੀਜੈ, ਪਰ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਇਹ ਜਿੰਨੇ ਕਰਮ ਇਹ ਸਾਰੇ ਹੀ ਵਿਅਰਥ ਹਨ। ਇਹ ਯੋਗਾ ਅਭਿਆਸ ਵਾਲੇ ਕਰਮ, ਇਹ ਹੱਠ ਯੋਗ, ਇਹ ਨਿਉਲੀ ਕਰਮ, 6 ਪ੍ਰਕਾਰ ਦੇ ਕਰਮ, ਅਤਿਥੀ ਪੂਜਨ ਆਦਿਕ, ਉਹ ਸਾਰੇ ਜਿਹੜੇ ਕਰਮ ਹਨ ਮਹਾਰਾਜ ਕਹਿੰਦੇ ਵੀ ਵਿਅਰਥ ਹਨ। ਰਾਮ ਨਾਮ ਬਿਨ ਬਿਰਥਾ ਸਾਸ ਲੀਜੈ, ਸਰਬ ਵਿਆਪਕ ਪ੍ਰਭੂ ਦੇ ਨਾਮ ਜਪੇ ਤੋਂ ਬਿਨਾ ਜਿਹੜੇ ਸਵਾਸ ਲੈਣੇ ਉਹ ਸਾਰੇ ਵਿਅਰਥ ਹੀ ਹਨ। ਸਵਾਸ ਉਹੀ ਸਫਲੇ ਆ ਜਿਨ੍ਹਾਂ ਸਵਾਸਾਂ ਦੇ ਲੈਂਦਿਆਂ ਹੋਇਆਂ ਨਾਮ ਜਪਿਆ ਜਾਵੇ, ਜਿਨ੍ਹਾਂ ਸਾਹਾਂ ਦੇ ਉੱਤੇ ਨਾਮ ਦੀ ਮੋਹਰ ਲੱਗ ਜਾਵੇ। ਸਵਾਸ ਤਾਂ ਬਾਹਰ ਆਈ ਜਾ ਰਿਹਾ ਹੈ, ਬਾਹਰੋਂ ਅੰਦਰ ਜਾ ਰਿਹਾ ਹੈ। ਇਹ ਜਿੰਨਾ ਚਿਰ ਮੁੱਕਣੇ ਨਹੀਂ ਉਹਨਾਂ ਚਿਰ ਚੱਲੀ ਜਾਣੇ ਆ ਸਾਧ ਸੰਗਤ ਜੀ। ਸਵਾਸਾਂ ਦੀ ਕਿਰਿਆ ਦਿਨੇ ਵੀ ਚੱਲਦੀ, ਰਾਤ ਵੀ ਚੱਲਦੀ, ਖਾਂਦੇ ਹੋਈਏ ਤਾਂ ਵੀ ਚੱਲਦੀ, ਵਿਹਲੇ ਬੈਠੇ ਹੋਏ ਤਾਂ ਵੀ ਚੱਲਦੀ, ਕੋਈ ਕੰਮਕਾਰ ਕਰਦੇ ਹੋਈਏ ਤਾਂ ਵੀ ਸਵਾਸ ਚੱਲੀ ਜਾਂਦੇ ਆ, ਸੁੱਤੇ ਹੋਈਏ ਤਾਂ ਵੀ ਚੱਲੀ ਜਾਂਦੇ ਆ। ਪਰ ਸਵਾਸ ਲੇਖੇ ਵਿੱਚ ਉਹ ਹਨ, ਉਮਰ ਸੋਈ ਵਿੱਚ ਲੇਖੇ ਦੇ, ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ। ਜਿਹੜੇ ਪ੍ਰਭੂ ਸਿਮਰਨ ਤੋਂ ਬਿਨਾਂ ਸਵਾਸ ਵਾ ਉਹ ਬਿਰਥੇ ਹਨ ਸਾਰੇ। ਰਾਮ ਨਾਮ ਬਿਨ ਬਿਰਥਾ ਸਾਸ ਲੀਜੈ। ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਇਤਿਹਾਸ ਵਿੱਚ ਬਚਨ ਲਿਖੇ ਨਾਮ ਦੀ ਮਹਿਮਾ ਕਥਨ ਕਰਦਿਆਂ, ਕਹਿੰਦੇ ਨਾਮ ਤੋਂ ਬਿਨਾਂ ਜਿਹੜੇ ਸਵਾਸ ਹਨ ਉਹ ਤੇ ਇਸ ਤਰ੍ਹਾਂ ਵਾ ਵੀ ਜਿਵੇਂ ਖੱਲ ਵਿੱਚ ਫੂਕ ਭਰੀ ਹੋਵੇ ਤੇ ਉਹ ਬਾਹਰ ਕੱਢ ਦਈਏ ਤੇ ਫਿਰ ਉਹਦੇ ਅੰਦਰ ਵਿੱਚ ਭਰ ਦਈਏ, ਉਹ ਕੋਈ ਅਰਥ ਨਹੀਂ ਹਨ। ਉਹ ਉਸੇ ਤਰ੍ਹਾਂ ਵਿਅਰਥ ਫੂਕ ਹੀ ਹੈ, ਲੇਖੇ ਵਿੱਚ ਨਹੀਂ ਹਨ। ਲੇਖੇ ਵਿੱਚ ਤਾਂ ਉਹੀ ਸਵਾਸ ਵਾ ਜਿਨ੍ਹਾਂ ਸਵਾਸਾਂ ਦੇ ਨਾਲ ਸਿਮਰਨ ਕੀਤਾ ਜਾਵੇ, ਜਿਨ੍ਹਾਂ ਸਵਾਸਾਂ ਨੂੰ ਲੈਂਦਿਆਂ ਹੋਇਆਂ ਵਾਹਿਗੁਰੂ 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 ਦਾ ਉਚਾਰਨ ਕੀਤਾ ਜਾਵੇ, ਉਹ ਸਵਾਸ ਸਫਲੇ ਹੋ ਜਾਂਦੇ। ਤਾਂ ਹੀ ਮਹਾਰਾਜ ਨੇ ਆਖਿਆ ਵੀ ਦਮ ਦਮ, ਇਹ ਦਮ ਤਾਂ ਆ ਹੀ ਰਹੇ ਆ, ਸਵਾਸ ਤਾਂ ਆ ਰਹੇ, ਪਰ ਦਮ ਦਮ ਪਰਮੇਸ਼ਰ ਦਾ ਨਾਮ ਚੇਤੇ ਕੀਤਾ ਜਾਵੇ। ਸਤਿਗੁਰੂ ਤਾਂ ਇੱਥੋਂ ਤੇ ਕਹਿੰਦੇ ਵੀ ਇੱਕ ਦਮ ਵੀ ਬਿਰਥਾ ਨਾ ਜਾਵੇ, ਇੱਕ ਸਾਹ ਵੀ ਬਿਰਥ ਨਾ ਜਾਵੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਫਿਰ ਤਾਂ ਇਹ ਦਮ ਸਫਲਾ ਹੋ ਜਾਵੇਗਾ, ਸਵਾਸ ਸਫਲੇ ਹੋ ਜਾਣਗੇ। ਪਰ ਪ੍ਰਭੂ ਦੇ ਨਾਮ ਤੋਂ ਬਿਨਾਂ ਸਤਿਗੁਰੂ ਕਹਿੰਦੇ ਜਿੰਨੇ ਸਵਾਸ ਲੈਣੇ ਇਹ ਬਿਅਰਥ ਹਨ, ਨਿਸਫਲ ਹਨ। ਅੰਤਰ ਪੰਜ ਅਗਨ ਕਿਉ ਧੀਰਜ ਲੀਜੈ। ਅੰਤਰ ਪੰਚ ਅਗਨ, ਅੰਦਰ ਤਾਂ ਮਹਾਰਾਜ ਕਹਿੰਦੇ 5 ਪ੍ਰਕਾਰ ਦੀ ਅੱਗ ਬਲ ਰਹੀ ਹੈ। 5 ਅੱਗਾਂ ਲੱਗੀਆਂ ਹੋਈਆਂ ਅੰਦਰ। ਅੱਗ ਤੇ ਇੱਕ ਲੱਗੀ ਹੋਵੇ ਤੇ ਉਹ ਸਾੜ ਕੇ ਸੁਆਹ ਕਰ ਦਿੰਦੀ। ਮਹਾਰਾਜ ਕਹਿੰਦੇ 5 ਪ੍ਰਕਾਰ ਦੀ ਅੱਗ ਮੱਚਣ ਰਹੀ ਅੰਦਰ। ਕਾਮ ਦੀ ਅੱਗ ਮੱਚੀ ਜਾ ਰਹੀ ਅੰਦਰ, ਅੰਦਰ ਨੂੰ ਸਾੜਦੀ ਰਹਿੰਦੀ ਕਾਮ ਦੀ ਅੱਗ। ਕ੍ਰੋਧ ਦੀ ਅੱਗ ਅੰਦਰ ਲੱਗੀ ਹੋਈ ਹੈ। ਲੋਭ ਦੀ ਕਿੱਡੀ ਵੱਡੀ ਅੱਗ ਲੱਗੀ ਹੋਈ ਹੈ। ਸਾਰੀ ਜ਼ਿੰਦਗੀ ਕਿੰਨੇ ਪਦਾਰਥ ਪ੍ਰਾਪਤ ਕਰ ਲੈਂਦਾ, ਫਿਰ ਨਹੀਂ ਟੋਆ ਭਰਦਾ, ਫਿਰ ਨਹੀਂ ਰੱਜਦਾ ਜੀ। ਲੋਭ ਦੀ ਅੱਗ ਹੈ ਅੰਦਰ, ਤੇ ਅੱਗ ਵਿੱਚ ਜੋ ਪਈ ਜਾਵੇ, ਅੱਗ ਦਾ ਸੁਭਾਅ ਹੀ ਹੈ ਫੂਕ ਕੇ ਸੁਆਹ ਬਣਾਈ ਜਾਂਦੀ। ਲੋਭ ਦੀ ਅੰਦਰ ਅੱਗ ਮੱਚ ਰਹੀ ਹੈ, ਮੋਹ ਦੀ ਅੱਗ ਮੱਚ ਰਹੀ ਹੈ, ਹੰਕਾਰ ਦੀ ਅੱਗ ਲੱਗੀ ਹੋਈ ਹੈ।
ਅੰਤਰ ਪੰਚ ਅਗਨ, ਇਹ 5 ਪ੍ਰਕਾਰ ਦੀ ਅੰਦਰ ਅੱਗ ਮੱਚ ਰਹੀ ਹੈ। ਕਿਉਂ ਧੀਰਜ ਧੀਜੈ, ਤੇ ਜੀਵ ਜਿਹੜਾ ਹੈ ਇਹਦਾ ਹਿਰਦਾ ਕਿਵੇਂ ਫਿਰ ਠਹਿਰ ਸਕਦਾ ਪੰਜਾਂ ਅੱਗਾਂ ਦੇ ਅੱਗੇ? ਕਿਵੇਂ ਧੀਰਜ ਇਹ ਧਾਰ ਸਕਦਾ ਹੈ? ਧੀਰਜ ਨਹੀਂ ਹੋ ਰਹੀ ਹੈ। ਅੰਤਰ ਚੋਰ ਕੋ ਸਾਧ ਨਹੀਂ ਜੈ, ਮਹਾਰਾਜ ਕਹਿੰਦੇ ਅੰਦਰ ਚੋਰ ਬੈਠੇ ਹੋਏ ਆ। ਜਿੰਨਾ ਚਿਰ ਅੰਦਰ ਚੋਰ ਵਾ ਉਹਨਾਂ ਚਿਰ ਇਹ ਜੀਵ ਕਿਉਂ ਸਾਧ ਲਹੀਜੈ, ਕਿਵੇਂ ਸਵਾਦ ਲੈ ਸਕਦਾ ਨਾਮ ਦਾ? ਇਹਨੂੰ ਨਾਮ ਦਾ ਸਵਾਦ ਕਿਵੇਂ ਆ ਸਕਦਾ? ਉਹ 5 ਚੋਰ ਆਉਣ ਹੀ ਨਹੀਂ ਦਿੰਦੇ, ਨਾਮ ਦਾ ਸਵਾਦ ਇਹਨੂੰ ਪ੍ਰਾਪਤ ਹੀ ਨਹੀਂ ਹੋਣ ਦਿੰਦੇ। ਇਹ ਦੂਜੇ ਸਵਾਦਾਂ ਵਿੱਚ ਹੀ ਇਹਨੂੰ ਲਾਈ ਰੱਖਦੇ ਆ। ਇਹਦਾ ਸ਼ੁਭ ਗੁਣਾਂ ਦਾ ਜਿਹੜਾ ਖਜ਼ਾਨਾ ਹੈ ਨਾ, ਆਤਮਿਕ ਧਨ, ਸ਼ੁਭ ਗੁਣਾਂ ਦਾ ਧਨ, ਉਹ ਤਾਂ ਅੰਦਰੋਂ 5 ਚੋਰ ਚੋਰੀ ਕਰੀ ਜਾ ਰਹੇ ਆ। ਇਸ ਦੇਹੀ ਅੰਦਰ 5 ਚੋਰ ਵਸਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟਾ ਹੈ ਮਨਮੁਖ ਨਹੀਂ ਬੂਝਾ ਹੈ, ਕੋਏ ਨਾ ਸੁਣੇ ਪੁਕਾਰਾ। ਅੰਧਾ ਜਗਤ ਅੰਧ ਵਰਤਾਰਾ, ਬਾਝ ਗੁਰੂ ਗੁਬਾਰਾ। ਗੁਰੂ ਤੋਂ ਬਿਨਾਂ ਮਹਾਰਾਜ ਕਹਿੰਦੇ ਗੁਬਾਰ, ਹਨੇਰਾ ਪਿਆ ਹੋਇਆ ਅੰਦਰ, ਅੰਦਰ ਹਨੇਰਾ ਹੈ। ਹਨੇਰੇ ਵਿੱਚ 5 ਚੋਰ, ਕਦੀ ਕਾਮ ਲੁੱਟੀ ਜਾਂਦਾ, ਇਹਨੂੰ ਵਕਾਰ ਵਿੱਚ ਲਾਇਆ ਹੋਇਆ। ਇਹਦਾ ਜਤ ਸਤ ਲੁੱਟ ਕੇ ਲੈ ਗਿਆ ਕਾਮ, ਕ੍ਰੋਧ ਲੈ ਗਿਆ ਇਸ ਦੀ ਨਿਮਰਤਾ ਨੂੰ ਲੁੱਟ ਕਰਕੇ, ਕ੍ਰੋਧ ਲੈ ਗਿਆ ਇਹਦੀ ਸ਼ਾਂਤੀ ਨੂੰ ਲੁੱਟ ਕਰਕੇ, ਲੋਭ ਲੈ ਗਿਆ ਇਹਦੇ ਸੰਤੋਖ ਨੂੰ ਲੁੱਟ ਕੇ, ਮੋਹ ਲੈ ਗਿਆ ਵਿਵੇਕ ਨੂੰ ਲੁੱਟ ਕੇ, ਹੰਕਾਰ ਲੈ ਗਿਆ ਨਿਮਰਤਾ ਨੂੰ ਲੁੱਟ ਕੇ। ਹਨੇਰੇ ਵਿੱਚ ਚੋਰਾਂ ਨੇ ਚੋਰੀ ਕਰ ਲਈ ਇਹਦੇ ਅੰਦਰੋਂ, ਸਾਰਾ ਸ਼ੁਭ ਗੁਣਾਂ ਦਾ ਖਜ਼ਾਨਾ ਲਈ ਜਾ ਰਹੇ। ਫਿਰ ਇਹਨੂੰ ਨਾਮ ਦਾ ਸਵਾਦ ਕਿਵੇਂ ਪ੍ਰਾਪਤ ਹੋਵੇ? ਕਿਉਂਕਿ ਬਾਝ ਗੁਰੂ ਗੁਬਾਰਾ, ਗੁਰੂ ਤੋਂ ਬਿਨਾਂ ਹਨੇਰਾ ਹੈ। ਇਸੇ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਜੇ 100 ਚੰਦਾ ਉਗਵੈ ਹੈ, ਸੂਰਜ ਚੜ੍ਹੈ 1000। ਭਾਵੇਂ 100 ਚੰਦਰਮਾ ਪ੍ਰਕਾਸ਼ ਕਰਨ, 1000 ਸੂਰਜ ਪ੍ਰਕਾਸ਼ ਕਰਨ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੰਨੇ ਚਾਨਣ ਦੇ ਹੁੰਦਿਆਂ ਵੀ ਗੁਰੂ ਤੋਂ ਬਿਨਾਂ ਜੀਵ ਦੇ ਹਿਰਦੇ ਵਿੱਚ, ਇਹਦੇ ਅੰਤਰਾਤਮੇ ਹਨੇਰਾ ਹੀ ਹਨੇਰਾ ਹੈ। ਅੰਦਰ ਤੇ ਪ੍ਰਕਾਸ਼ ਗੁਰੂ ਦੇ ਸ਼ਬਦ ਨੇ ਕਰਨਾ ਹੈ, ਗੁਰੂ ਕੀ ਬਾਣੀ ਨੇ ਕਰਨਾ ਹੈ, ਗੁਰੂ ਕੇ ਨਾਮ ਨੇ ਕਰਨਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਗੁਰ ਪੂਰਾ ਭੇਟਿਓ ਵਡ ਭਾਗੀ, ਮਨ ਹੈ ਭਇਆ ਪ੍ਰਗਾਸਾ। ਜਦੋਂ ਪੂਰਾ ਗੁਰੂ ਮਿਲਿਆ ਤੇ ਫਿਰ ਮਨ ਵਿੱਚ ਪ੍ਰਗਾਸ ਹੋਇਆ। ਪੂਰੇ ਗੁਰੂ ਦੇ ਮਿਲਾਪ ਤੋਂ ਬਿਨਾ ਅੰਦਰ ਹਨੇਰੇ ਵਿੱਚ 5 ਚੋਰ ਮਾਰੇ ਕਹਿੰਦੇ ਚੋਰੀ ਕਰ ਰਹੇ ਆ। ਕਿਉਂ ਸਾਧ ਲਹੀਜੇ, ਇਹ ਨਾਮ ਦਾ ਸਵਾਦ ਕਿਵੇਂ ਲੈ ਸਕਦਾ? ਇਹ ਨਾਮ ਦੇ ਸਵਾਦ ਤੋਂ ਵਿਛੁੰਨਾ ਰਹਿੰਦਾ ਹੈ। ਜਿਹੜਾ ਭਾਈ ਜੀਵ ਗੁਰੂ ਦਾ ਉਪਦੇਸ਼ ਗ੍ਰਹਿਣ ਕਰਦਾ, ਗੁਰਮੁਖਤਾਈ ਦਾ ਜੀਵਨ ਜਿਉਂਦਾ ਹੈ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਇਸ਼ਨਾਨ ਜ਼ਰੂਰ ਕਰਦਾ ਅੰਮ੍ਰਿਤ ਵੇਲੇ, ਨਾਮ ਵੀ ਜਪਦਾ ਹੈ, ਦਾਨ ਵੀ ਕਰਦਾ ਹੈ। ਜਿਹੜਾ ਗੁਰਮੁਖ ਹੁੰਦਾ ਹੈ ਨਾ, ਉਹ ਕਾਇਆ ਰੂਪੀ ਗੜ ਨਾਮ ਕਿਲੇ ਦਾ ਹੈ। ਕਾਇਆ ਰੂਪੀ ਕਿਲੇ ਨੂੰ ਲੀਜੈ, ਉਹ ਫਤਿਹ ਪਾ ਲੈਂਦਾ ਹੈ, ਜਿੱਤ ਲੈਂਦਾ ਹੈ। ਅੰਤਰ ਮੈਲ ਤੀਰਥ ਪਰ ਲੀਜੈ। ਸਤਿਗੁਰੂ ਕਹਿੰਦੇ ਹੇ ਸਿੱਧੋ ਨਾਥੋ, ਅੰਦਰ ਤਾਂ ਤੁਹਾਡੇ ਮੈਲ ਲੱਗੀ ਹੋਈ ਹੈ, ਅੰਦਰ ਤੇ ਜੀਵਾਂ ਦੇ ਮੈਲ ਲੱਗੀ ਹੋਈ ਹੈ, ਵਕਾਰਾਂ ਦੀ ਮੈਲ, ਔਗਣਾਂ ਦੀ ਮੈਲ। ਤੇ ਤੀਰਥਾਂ ਦਾ ਭਰਮਣ ਕਰ ਰਹੇ ਹੋ, ਤੀਰਥਾਂ ਦਾ ਰਟਨ ਕਰ ਰਹੇ ਹੋ, ਵੱਖ-ਵੱਖ ਤੀਰਥਾਂ ਤੇ ਜਾ ਰਹੇ ਹੋ। ਸਤਿਗੁਰੂ ਕਹਿੰਦੇ ਅੰਦਰ ਦੀ ਮੈਲ ਜਿਹੜੀ ਏ ਨਾਮ ਨੇ ਦੂਰ ਕਰਨੀ ਹੈ, ਅੰਦਰ ਦੀ ਮੈਲ ਸ਼ਬਦ ਦੀ ਕਮਾਈ ਨੇ ਦੂਰ ਕਰਨੀ ਹੈ। ਮੈਲ ਅੰਦਰ ਲੱਗੀ ਹੋਈ ਹੈ, ਤੁਸੀਂ ਬਾਹਰੋਂ ਧੋ ਰਹੇ ਹੋ, ਤੇ ਕਈਆਂ ਜਨਮਾਂ ਦੀ ਲੱਗੀ ਹੋਈ ਹੈ, ਬੜੀ ਪੱਕ ਚੁੱਕੀ ਹੈ ਮੈਲ। ਮੈਲ ਰੋਜ਼ ਦੇ ਰੋਜ਼ ਲੈਂਦੀ ਜਾਵੇ ਤੇ ਛੇਤੀ ਸਾਫ਼ ਹੋ ਜਾਂਦਾ ਹੈ। ਵਸਤਰ ਹੋਵੇ ਭਾਵੇਂ ਕੋਈ ਹੋਰ ਵਸਤੂ ਹੋਵੇ, ਪਰ ਜੇ ਮੈਲ ਲੱਗਦੀ ਜਾਵੇ, ਮੈਲ ਦੇ ਉੱਤੇ ਹੋਰ ਮੈਲ ਚੜੀ ਜਾਵੇ, ਹੋਰ ਮੈਲ ਲੱਗੀ ਜਾਵੇ, ਤੇ ਉਹ ਮੈਲ ਫਿਰ ਪੱਕ ਜਾਂਦੀ ਹੈ। ਇੱਕ ਕੋਈ ਵਸਤੂ ਹੈ, ਉਹ ਮੈਲੀ ਹੋਵੇ, ਥੋੜੀ ਕਾਲੀ ਹੋਵੇ ਤੇ ਉਹਨੂੰ ਕਿਹਾ ਜਾਂਦਾ ਇਹ ਕਾਲੀ ਹੈ ਵਸਤੂ। ਜ਼ਿਆਦੀ ਮੈਲੀ ਹੋਵੇ ਤੇ ਕਿਹਾ ਜਾਂਦਾ ਸ਼ਾਹ ਕਾਲੀ ਹੈ।
ਸਤਿਗੁਰੂ ਜੀ ਨੇ ਆਖਿਆ ਮਨ ਨੂੰ ਲੱਗੀ ਹੈ ਮੈਲ, ਤੇ ਮਨ ਨੂੰ ਕਈਆਂ ਜਨਮਾਂ ਦੀ ਮੈਲ ਲੱਗੀ, ਇਸ ਕਰਕੇ ਸ਼ਾਹ ਕਾਲਾ ਹੋ ਗਿਆ। ਮੈਲ ਦੇ ਉੱਤੇ ਹੋਰ ਮੈਲ, ਹੋਰ ਮੈਲ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੇ, ਕਾਲਾ ਹੋਆ ਸਿਆਹੋ, ਖੰਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾਹੋ। ਖੰਨਲੀ ਕਹਿੰਦੇ ਜਿਹਦੇ ਨਾਲ, ਜਿਸ ਕੱਪੜੇ ਦੇ ਨਾਲ ਕੋਲੂ ਨੂੰ ਸਾਫ਼ ਕੀਤਾ ਜਾਂਦਾ, ਤੇਲ ਕੱਢਣ ਵਾਲੇ ਕੋਲੂ ਨੂੰ ਜਦੋਂ ਸਾਫ਼ ਕੀਤਾ ਜਾਂਦਾ ਤੇ ਉਹ ਲੀਰ, ਉਹ ਕੱਪੜਾ ਇੰਨਾ ਜ਼ਿਆਦਾ ਥੰਧਿਆਈ ਦੇ ਸਹਿਤ ਹੋ ਜਾਂਦਾ, ਥੰਧਾ ਲੱਗ ਕੇ ਵਿੱਚ ਮੈਲ ਲੱਗ ਕੇ ਬਹੁਤੀ ਚਿਕਨਾਹਟ ਪੈਦਾ ਹੋ ਜਾਂਦੀ ਉਹਦੇ ਵਿੱਚ। ਉਹਨੂੰ 100 ਵਾਰੀ ਵੀ ਧੋਤਾ ਜਾਵੇ ਤੇ ਪਹਿਲਾਂ ਵਰਗਾ ਨਹੀਂ ਹੁੰਦਾ ਉਹ। ਸਤਿਗੁਰੂ ਕਹਿੰਦੇ ਮਨ ਦੀ ਹਾਲਤ ਇਸ ਤਰ੍ਹਾਂ ਦੀ ਹੋ ਗਈ ਹੈ। ਅੰਤਰ ਮੈਲ ਤੀਰਥ ਭਰਮੀਜੇ, ਅੰਦਰ ਮੈਲ ਲੱਗੀ ਹੋਈ ਹੈ, ਤੁਸੀਂ ਬਾਹਰ ਮੁਖੀ ਹੋ ਕੇ ਤੀਰਥਾਂ ਦਾ ਭਰਮਣ ਕਰਦੇ ਹੋ। ਮਨ ਨਹੀਂ ਸੂਚਾ ਕਿਆ ਸੋਚ ਕਰੀਐ, ਤੇ ਮਨ ਤਾਂ ਸੁੱਚਾ ਨਹੀਂ ਹੈ, ਤੇ ਤੁਸੀਂ ਬਾਹਰ ਦੀ ਸਰੀਰ ਦੀ ਸੁਚਮਤਾ ਕੀ ਕਰਦੇ ਹੋ? ਸਰੀਰ ਦੀ ਸੁਚਮਤਾ ਦਾ ਖੰਡਨ ਨਹੀਂ ਹੈ, ਉੱਥੇ ਖੰਡਨ ਹੈ ਜਿੱਥੇ ਜੀਵ ਸ਼ਬਦ ਨਾਲ ਤੇ ਜੁੜਦਾ ਨਹੀਂ, ਸਿਰਫ ਬਾਹਰ ਮੁਖੀ ਹੀ ਕਿਰਿਆ ਕਰਦਾ ਹੈ। ਹੁਣ ਜੇ ਇਸ਼ਨਾਨ ਕਰਨ ਦਾ ਗੁਰੂ ਦਾ ਉਪਦੇਸ਼ ਹੈ, ਪਰ ਸਤਿਗੁਰੂ ਕਹਿੰਦੇ ਇਸ਼ਨਾਨ ਕਰਕੇ ਬਾਅਦ ਚ ਨਾਮ ਵੀ ਜਪ ਕਰ। ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਮਨ ਨਹੀਂ ਸੋਚਾ, ਮਨ ਤਾਂ ਸਿੱਧੋ ਸੁੱਚਾ ਨਹੀਂ ਹੈ, ਮਨ ਤਾਂ ਮੈਲਾ ਹੋ ਰਿਹਾ ਹੈ। ਕਿਆ ਸੋਚ ਕਰੀਜੈ, ਤੇ ਬਾਹਰ ਦੀ ਸਰੀਰ ਦੀ ਸੁਚਮਤਾ ਕੀ ਕਰ ਰਹੇ ਹੋ? ਜਿੰਨਾ ਚਿਰ ਮਨ ਸੁੱਚਾ ਨਹੀਂ ਹੁੰਦਾ, ਮਨ ਦੇ ਵਿੱਚ ਤਾਂ ਈਰਖਾ ਰੂਪੀ ਜੂਠ ਲੱਗੀ ਹੋਈ ਹੈ, ਰਾਗ ਹੈ, ਦੁਆਇਕ ਹੈ, ਈਰਖਾ ਹੈ, ਵਿਕਾਰਾਂ ਦੇ ਫੁਰਨੇ ਹਨ। ਜਿੰਨਾ ਚਿਰ ਮਨ ਇਸ ਤਰ੍ਹਾਂ ਜੂਠਾ ਹੋ ਰਿਹਾ ਹੈ, ਮਨ ਮੈਲਾ ਹੋ ਰਿਹਾ ਹੈ, ਕਿਆ ਸੋਚ ਕਰੀਜੈ, ਤੇ ਬਾਹਰੋਂ ਸੁਚਮਤਾ ਕੀ ਕਰਦੇ ਹੋ? ਤੇ ਕਿਵੇਂ ਤੁਸੀਂ ਸੋਚ ਪਰਮੇਸ਼ਰ ਵਾਹਿਗੁਰੂ ਜੀ ਦੇ ਸੰਬੰਧੀ ਕੀ ਸੋਚ ਲਓਗੇ, ਕੀ ਵਿਚਾਰ ਲਓਗੇ? ਫਿਰ ਕੋਈ ਉਹਦੀ ਵਿਚਾਰ ਨਹੀਂ ਕੀਤੀ ਜਾ ਸਕਦੀ ਹੈ। ਤਾਂ ਗਰੀਬ ਨਵਾਜ ਕਹਿੰਦੇ ਵੀ ਇਹ ਪੂਰਬਲੇ ਕਰਮਾਂ ਅਨੁਸਾਰ ਕਿਰਤੀ ਪਿਆ ਹੋਇਆ ਹੈ ਤੁਹਾਡਾ ਭਾਈ, ਇਹ ਲੇਖ ਹੀ ਇਸ ਤਰ੍ਹਾਂ ਦਾ ਪਿਆ ਹੋਇਆ ਹੈ। ਦੋਸ਼ ਕਾ ਕੋ ਦੀਜੈ, ਕਿਸ ਨੂੰ ਦੋਸ਼ ਦਿੱਤਾ ਜਾ ਸਕਦਾ ਹੈ? ਦੋਸ਼ ਨਹੀਂ ਕਿਸੇ ਨੂੰ ਦਿੱਤਾ ਜਾ ਸਕਦਾ, ਦੋਸ਼ ਆਪਣੇ ਕਰਮਾਂ ਨੂੰ ਹੀ ਦੇਣਾ ਬਣਦਾ ਹੈ ਕਿ ਸਾਡੇ ਕਿਰਤੀ ਕਰਮ ਹੀ ਇਸ ਤਰ੍ਹਾਂ ਦੇ ਆ। ਦੱਦੈ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਬਾਹਰ ਦੇ ਇਸ਼ਨਾਨ ਦਾ ਖੰਡਨ ਨਹੀਂ ਹੈ ਸਾਧ ਸੰਗਤ ਜੀ। ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕਰਨ ਦਾ ਉਪਦੇਸ਼ ਦਿੱਤਾ ਹੈ। ਸਵਾ ਪੈਰ ਦੇ ਤੜਕੇ 10 ਪਾਤਸ਼ਾਹੀਆਂ ਆਪ ਇਸ਼ਨਾਨ ਕਰਦੇ ਰਹੇ ਗੁਰੂ ਸਾਹਿਬ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਇੱਥੇ ਰੋਜ਼ ਅੰਮ੍ਰਿਤ ਵੇਲੇ ਸਵਾ ਪੈਰ ਦੇ ਤੜਕੇ ਵੇਈ ਵਿੱਚ ਇਸ਼ਨਾਨ ਕਰਕੇ ਇੱਥੇ ਹੀ ਗੁਰਦੁਆਰਾ ਬੇਰ ਸਾਹਿਬ ਭੋਰਾ ਸਾਹਿਬ ਵਾਲੇ ਸਥਾਨ ਤੇ ਚੌਂਕੜਾ ਲਾਇਆ ਕਰਦੇ ਸਨ। ਇਸ਼ਨਾਨ ਦੀ ਮਹਿਮਾ ਹੈ, ਪਰ ਉੱਥੇ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਵੀ ਜਿਨ੍ਹਾਂ ਨੇ ਸਿਰਫ ਬਾਹਰਲਾ ਹੀ, ਸਿਰਫ ਸਰੀਰ ਦਾ ਹੀ ਇਸ਼ਨਾਨ ਨੂੰ ਪ੍ਰਧਾਨਤਾ ਦੇ ਦਿੱਤੀ ਤੇ ਨਾਮ ਨਾਲ ਜੁੜੇ ਹੀ ਨਾ, ਨਾਮ ਦੀ ਆਰਾਧਨਾ ਹੀ ਨਾ ਕੀਤੀ, ਉੱਥੇ ਫਿਰ ਮਹਾਰਾਜ ਸਾਹਿਬ ਜੀ ਨੇ ਆਖਿਆ ਵੀ ਤੁਸੀਂ ਬਾਹਰ ਤਾਂ ਧੋਣ ਨੂੰ ਲੱਗੇ ਹੋਏ ਹੋ, ਅੰਦਰ ਤੇ ਧੋਣ ਦਾ ਤੇ ਯਤਨ ਨਹੀਂ ਕਰਦੇ। ਉੱਥੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਜੇ ਤੁਸੀਂ ਇਕੱਲਾ ਸਰੀਰ ਨੂੰ ਧੋਣ ਨਾਲ ਹੀ ਪਵਿੱਤਰਤਾ ਮੰਨਦੇ ਹੋ, ਨਹੀਂ, ਜੇ ਮਨ ਮੈਲਾ ਹੋਵੇ ਤੇ ਤਨ ਧੋਤਾ ਹੋਇਆ ਵੀ ਪ੍ਰਵਾਨ ਨਹੀਂ ਹੈ। ਇਹ ਵੀ ਬਚਨ ਮਹਾਰਾਜ ਨੇ ਕਹਿ ਦਿੱਤੇ ਤੀਜੇ ਸਰੂਪ ਵਿੱਚ, ਮਨ ਮੈਲ ਹੈ ਸਭ ਕਿਛ ਹੈ ਮੈਲਾ, ਤਨ ਧੋਤਾ ਹੈ ਮਨ ਹੱਛਾ ਨਾ ਹੋਏ। ਇਹਦਾ ਭਾਵ ਇਹ ਨਹੀਂ ਵੀ ਤਨ ਧੋਣਾ ਨਹੀਂ ਚਾਹੀਦਾ, ਪਰ ਗੁਰੂ ਸਾਹਿਬ ਕਹਿੰਦੇ ਵੀ ਜੇ ਮਨ ਮੈਲਾ ਹੈ ਤੇ ਫਿਰ ਤਨ ਧੋਤਾ ਹੋਇਆ ਵੀ ਪ੍ਰਵਾਨ ਨਹੀਂ ਹੁੰਦਾ। ਭਾਵ ਤਨ ਧੋਣ ਤੋਂ ਬਾਅਦ ਮਨ ਨੂੰ ਵੀ ਧੋਵੋ, ਮਨ ਦੀ ਵੀ ਮੈਲ ਲਾਓ, ਉਹ ਲੱਥੇਗੀ ਸ਼ਬਦ ਨਾਲ ਜੁੜ ਕੇ। ਤਨ ਨੂੰ ਮੈਲ ਲੱਗੀ ਹੋਵੇ ਪਾਣੀ ਨਾਲ ਧੋ ਕੇ ਲਾ ਲਈਦੀ ਹੈ, ਕੱਪੜਿਆਂ ਨੂੰ ਮੈਲ ਲੱਗੀ ਹੋਵੇ ਪਾਣੀ ਦੇ ਨਾਲ ਸਾਬਣ ਦਾ ਸਹਾਰਾ ਲੈ ਲਈਦਾ ਹੈ, ਪਰ ਜਿਹੜੀ ਬੁੱਧੀ ਨੂੰ ਮੈਲ ਲੱਗੀ, ਮਨ ਨੂੰ ਮੈਲ ਲੱਗੀ, ਸਤਿਗੁਰੂ ਕਹਿੰਦੇ ਉੱਥੇ ਨਾ ਪਾਣੀ ਪਹੁੰਚਣਾ ਨਾ ਸਾਬਣ ਪਹੁੰਚਣਾ, ਉੱਥੇ ਤਾਂ ਨਾਮ ਹੀ ਪਹੁੰਚੇਗਾ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਰੰਗ ਨਾਮ ਇੱਥੇ ਪ੍ਰੇਮ ਦਾ ਹੈ।
ਵੀ ਨਾਮ ਦੇ ਨਾਲ ਪ੍ਰੇਮ ਪਾਉਣ ਕਰਕੇ ਹੀ ਮੱਤ ਨੂੰ ਲੱਗੀ ਹੋਈ ਮੈਲ ਧੋਤੀ ਜਾ ਸਕਦੀ, ਜਿਹੜੀ ਪਾਪਾਂ ਦੀ ਮੈਲ ਲੱਗੀ ਹੋਈ ਹੈ, ਕਈਆਂ ਜਨਮਾਂ ਦੀ ਲੱਗੀ ਹੋਈ ਮੈਲ ਹੈ। ਤਾਂ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਵਾਰੀ ਕਾਂਸ਼ੀ ਦੇ ਬ੍ਰਾਹਮਣ ਇਕੱਠੇ ਹੋ ਕੇ ਆ ਗਏ। ਕਹਿੰਦੇ ਭਗਤ ਜੀ ਇੱਥੇ ਹੀ ਬੈਠੇ ਰਹਿੰਦੇ ਜੇ, ਤਾਣੀਆਂ ਹੀ ਉਣਦੇ ਰਹਿੰਦੇ ਜੇ, ਇੱਥੇ ਹੀ ਰਾਮ ਰਾਮ ਜਪਦੇ ਰਹਿੰਦੇ ਜੇ, ਆਓ ਸਾਡੇ ਨਾਲ ਚੱਲੋ ਤੇ ਤੁਹਾਨੂੰ 68 ਤੀਰਥਾਂ ਦੀ ਯਾਤਰਾ ਕਰਵਾ ਕੇ ਲਿਆਈਏ, ਤੋਰ ਫੇਰ ਕੇ ਲਿਆਈਏ ਕਰਾਂ ਭਗਤ ਜੀ, ਤੁਹਾਨੂੰ ਯਾਤਰਾ ਕਰਾ ਕੇ ਲਿਆਈਏ। ਭਗਤ ਜੀ ਕਹਿੰਦੇ ਵੀ ਪੰਡਤ ਜੀ ਤੁਸੀਂ ਜਾਓ, ਮੈਨੂੰ ਰਹਿਣ ਦਿਓ ਤੁਸੀਂ ਇੱਥੇ ਹੀ, ਮੈਂ ਇੱਥੇ ਹੀ ਆਨੰਦ ਵਿੱਚ ਹਾਂ। ਕਹਿਣ ਲੱਗੇ ਚਲੋ ਭਗਤ ਜੀ ਤੁਹਾਡੀ ਮਰਜ਼ੀ। ਫਿਰ ਅਸੀਂ ਤੇ ਆਖਿਆ ਭਗਤ ਜੀ ਨੂੰ ਇੱਕ ਵਾਰ ਯਾਤਰਾ ਕਰਾ ਕੇ ਲਿਆਈਏ, 68 ਤੀਰਥਾਂ ਦੀ ਯਾਤਰਾ ਤੇ ਚੱਲੇ ਅਸੀਂ। ਭਗਤ ਜੀ ਕਹਿੰਦੇ ਵੀ ਆ ਮੇਰੀ ਤੁੰਬੀ ਲੈ ਜਾਓ। ਕਹਿਣ ਲੱਗੇ ਇਹ ਲੈ ਜਾਓ, ਆ ਲੌਕੀ ਲੈ ਜਾਓ, ਲੌਕੀ, ਤੇ ਇਹਨੂੰ ਵੀ ਇਸ਼ਨਾਨ ਕਰਾ ਲਿਓ, ਮੇਰੇ ਥਾਂ ਤੇ ਇਹਦਾ ਇਸ਼ਨਾਨ ਕਰਵਾ ਲਿਆਓ। ਉਹ ਪੰਡਤ 68 ਤੀਰਥਾਂ ਤੇ ਗਏ ਤੇ ਭਗਤ ਕਬੀਰ ਸਾਹਿਬ ਜੀ ਦੀ ਦਿੱਤੀ ਹੋਈ ਲੌਕੀ ਨਾਲ ਲੈ ਕੇ ਗਏ। ਜਿੱਥੇ ਜਿੱਥੇ ਆਪ ਇਸ਼ਨਾਨ ਕੀਤਾ 68 ਤੀਰਥਾਂ ਤੇ, ਉੱਥੇ ਲੌਕੀ ਨੂੰ ਵੀ ਨਾਲ ਟੁੱਬੀਆਂ ਲਵਾਈਆਂ, ਉਹਦਾ ਵੀ ਇਸ਼ਨਾਨ ਕਰਵਾਇਆ। 68 ਤੀਰਥਾਂ ਤੋਂ ਬਾਅਦ ਜਦੋਂ ਵਾਪਸ ਆਏ ਕਾਂਸ਼ੀ, ਕਹਿੰਦੇ ਵੀ ਆ ਲੌਕੀ ਭਗਤ ਕਬੀਰ ਸਾਹਿਬ ਨੂੰ ਵਾਪਸ ਦੇ ਆਈ, ਉਹਨਾਂ ਨੇ ਆਖਿਆ ਸੀ ਇਹਦਾ ਇਸ਼ਨਾਨ ਕਰਾਇਓ। ਆਏ ਭਗਤ ਜੀ ਨੇ ਬੜਾ ਸਤਿਕਾਰ ਕੀਤਾ, ਉਹ ਪੰਡਤ ਜੀ ਆਓ ਜੀ, ਕਰ ਆਏ ਦੇ 68 ਤੀਰਥਾਂ ਤੇ ਇਸ਼ਨਾਨ? ਹਾਂਜੀ ਕਰ ਆਏ। ਕਹਿੰਦੇ ਆ ਭਗਤ ਜੀ ਤੁਹਾਡੀ ਲੌਕੀ ਮੋੜਨ ਆਏ ਆ। ਕਹਿੰਦੇ ਇਹਦਾ ਵੀ ਇਸ਼ਨਾਨ ਕਰਾਇਆ ਕਿ ਨਹੀਂ? ਕਹਿੰਦੇ ਜੀ ਇਹਨੂੰ ਵੀ, ਆਪ ਤੇ ਭਾਵੇਂ ਇੱਕ ਇੱਕ ਚੁੱਭਾ ਲਾਇਆ, ਇਹਨੂੰ ਦੋਹਰੇ ਦੋਹਰਾ ਲਵਾਉਂਦੇ ਰਹੇ ਆ, ਇਹਦਾ ਵੀ ਪੂਰਾ ਇਸ਼ਨਾਨ ਕਰਵਾਇਆ। ਭਗਤ ਜੀ ਕਹਿੰਦੇ ਬੈਠੋ ਫਿਰ ਹੁਣ ਤੁਹਾਡੀ ਸੇਵਾ ਕਰੀਏ, ਪ੍ਰਸ਼ਾਦਾ ਪਾਣੀ ਛਕਾਈਏ, ਤੁਸੀਂ 68 ਤੀਰਥਾਂ ਤੇ ਇਸ਼ਨਾਨ ਕਰਕੇ ਆਏ ਜੇ। ਭਗਤ ਜੀ ਨੇ ਆਪਣੇ ਘਰ ਵਾਲੀ ਪਤਨੀ ਮਾਈ ਲੋਈ ਨੂੰ ਆਖਿਆ, ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਸਾਰਿਆਂ ਪੰਡਤਾਂ ਨੂੰ ਛਕਾਇਆ। ਉਹ ਜਿਹੜੀ ਲੌਕੀ ਸੀ ਨਾ, ਉਹਨੂੰ ਵੀ ਕੁੱਟ ਕੇ ਤੇ ਉਹਦੀ ਚਟਨੀ ਬਣਾ ਦਿੱਤੀ। ਨਿਹੰਗ ਸਿੰਘ ਕਹਿੰਦੇ ਤੁਰਕਪਲਾ, ਉਹ ਤੁਰਕਪਲਾ ਬਣਾ ਦਿੱਤਾ, ਚਟਨੀ ਬਣਾ ਦਿੱਤੀ ਉਹਨੂੰ ਕੁੱਟ ਕੇ। ਤੇ ਜਦੋਂ ਪ੍ਰਸ਼ਾਦੇ ਸਾਰਿਆਂ ਨੂੰ ਛਕਾ ਦਿੱਤੇ ਨਾ, ਸਾਰਿਆਂ ਛਕ ਲਏ ਪ੍ਰਸ਼ਾਦਾ, ਅਖੀਰ ਤੇ ਥੋੜੀ ਥੋੜੀ ਉਹ ਦੇ ਦਿੱਤੀ ਸਾਰਿਆਂ। ਜਦੋਂ ਅਖੀਰਲੇ ਪ੍ਰਸ਼ਾਦੇ ਨਾਲ ਉਹ ਛਕਣ ਲੱਗੇ ਤੇ ਇੰਨੀ ਕੌੜੀ, ਅਗਲਾ ਖਾਧਾ ਵੀ ਬਾਹਰ ਨੂੰ ਆਵੇ। ਕਹਿੰਦੇ ਭਗਤ ਜੀ ਆਹ ਕੀ ਮਖੌਲ ਕੀਤਾ ਜੇ ਸਾਡੇ ਨਾਲ, ਪਹਿਲਾਂ ਬੜਾ ਸੋਹਣਾ ਤੁਸੀਂ ਪ੍ਰਸ਼ਾਦਾ ਛਕਾਇਆ, ਅਖੀਰ ਤੇ ਕੀ ਲਿਆ ਕੇ ਦੇ ਦਿੱਤਾ, ਇੰਨਾ ਕੌੜਾ, ਇਹਦੇ ਨਾਲ ਤੇ ਪਹਿਲਾਂ ਖਾਧਾ ਹੋਇਆ ਵੀ ਬਾਹਰ ਨੂੰ ਆਉਂਦਾ ਹੈ। ਤੇ ਭਗਤ ਜੀ ਕਹਿੰਦੇ ਇਹ ਤਾਂ ਲੌਕੀ ਹੈ, ਉਹੀ ਲੌਕੀ ਜਿਹੜੀ ਤੁਹਾਨੂੰ ਦਿੱਤੀ ਸੀ, ਇਹਦਾ ਇਸ਼ਨਾਨ ਨਹੀਂ ਕਰਵਾਇਆ ਸੀ ਤੁਸੀਂ 68 ਤੀਰਥਾਂ ਤੇ? ਕਹਿੰਦੇ ਜੀ ਕਰਵਾਇਆ ਸੀ। ਕਹਿੰਦੇ ਵੀ ਇਹਦੇ ਅੰਦਰੋਂ ਜ਼ਹਿਰ ਫੇਰ ਨਹੀਂ ਗਈ, ਇਹ ਕੌੜੀ ਦੀ ਕੌੜੀ ਰਹਿ ਗਈ। ਵੇਖੋ ਭਗਤਾਂ ਦੀ ਜਿਹੜੀ ਸਿੱਖਿਆ ਵਾ, ਉਹ ਢੰਗ ਤਰੀਕੇ ਨਾਲ ਹੀ ਸਮਝਾਉਂਦੇ ਵੀ ਜੇ ਬੰਦਾ ਅੰਦਰ ਦੀ ਮੈਲ ਨਹੀਂ ਲਾਉਂਦਾ, ਅੰਦਰਲਿਓਂ ਆਪਣੇ ਜ਼ਹਿਰ ਨਹੀਂ ਕੱਢਦਾ, ਤੇ ਇਹਦਾ ਬਾਹਰੀ ਜਿਹੜਾ ਇਸ਼ਨਾਨ ਉਹ ਵੀ ਨਿਸਫਲ ਹੋ ਜਾਂਦਾ। ਵੀ ਬਾਹਰੀ ਜਿੱਥੇ ਇਸ਼ਨਾਨ ਕਰਨਾ ਉੱਥੇ ਅੰਦਰ, ਫਿਰ ਉਸ ਵੇਲੇ ਬਚਨ ਉਚਾਰਨ ਕੀਤਾ। ਕਹਿੰਦੇ ਲੌਕੀ 68 ਤੀਰਥ ਨਹਾਏ, ਕੌਰਾਪਣ ਤਊ ਨਾ ਜਾਈ। 68 ਤੀਰਥਾਂ ਤੇ ਵੀ ਲੌਕੀ ਨਹਾਈ, ਪਰ ਅੰਦਰੋਂ ਕੜਤਨੇ ਦੇ ਫੇਰ ਨਹੀਂ ਗਈ। ਭਾਵ ਇਹ ਆ ਵੀ ਅੰਦਰ ਦੀ ਮੈਲ ਵੀ ਲੱਥਣੀ ਚਾਹੀਦੀ ਹੈ, ਤੇ ਅੰਦਰ ਦੀ ਮੈਲ ਲੱਥਣੀ ਨਾਮ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ। ਗੁਰੂ ਸਾਹਿਬਾਂ ਨੇ ਜਿੱਥੇ ਜਿੱਥੇ ਅਸਥਾਨ ਕਾਇਮ ਕੀਤੇ, ਤੀਰਥ ਕਾਇਮ ਕੀਤੇ, ਸਰੋਵਰ ਸਾਹਿਬ ਕਾਇਮ ਕੀਤੇ, ਉੱਥੇ ਨਾਲ ਦਰਬਾਰ ਵੀ ਕਾਇਮ ਕੀਤਾ। ਵੀ ਸਰੋਵਰ ਸਾਹਿਬ 'ਚ ਸਰੀਰ ਦਾ ਇਸ਼ਨਾਨ ਕਰਕੇ ਫਿਰ ਗੁਰੂ ਕੇ ਦਰਬਾਰ ਵਿੱਚ ਆ ਕਰਕੇ ਗੁਰਬਾਣੀ ਵੀ ਸੁਣਨੀ ਆ, ਕੀਰਤਨ ਵੀ ਸੁਣਨਾ, ਗੁਰਬਾਣੀ ਵੀ ਪੜ੍ਹਨੀ, ਨਾਮ ਨਾਲ ਵੀ ਜੁੜਨਾ। ਮਹਾਰਾਜ ਸਾਹਿਬ ਜੀ ਨੇ ਬੌਲੀ ਸਾਹਿਬ, ਗੋਇੰਦਵਾਲ ਸਾਹਿਬ ਰਚਨਾ ਕੀਤੀ। ਬੌਲੀ ਸਾਹਿਬ 'ਚ ਇਸ਼ਨਾਨ ਕਰਕੇ ਫਿਰ ਬਾਣੀ ਨਾਲ ਵੀ ਜੁੜੋ। ਅੰਮ੍ਰਿਤਸਰ ਸਾਹਿਬ 5 ਸਰੋਵਰ ਸਾਹਿਬ ਗੁਰੂ ਸਾਹਿਬਾਂ ਨੇ ਆਪ ਰਚੇ। ਸ੍ਰੀ ਅੰਮ੍ਰਿਤਸਰ ਸਾਹਿਬ, ਸੰਤੋਖਸਰ ਸਾਹਿਬ ਪਹਿਲਾ ਸਰੋਵਰ ਹੈ, ਸੰਤੋਖਸਰ ਸਾਹਿਬ, ਅੰਮ੍ਰਿਤਸਰ ਸਾਹਿਬ, ਸ੍ਰੀ ਰਾਮਸਰ ਸਾਹਿਬ, ਵਿਵੇਕਸਰ ਸਾਹਿਬ, ਕੌਲਸਰ ਸਾਹਿਬ। ਤੇ ਮਹਾਰਾਜ ਨੇ ਆਖਿਆ ਸਰੋਵਰ ਸਾਹਿਬ 'ਚ ਵੀ ਇਸ਼ਨਾਨ ਕਰਨਾ ਮਹਾਤਮ ਹੈ ਵੱਡਾ ਭਾਰੀ ਸਰੋਵਰ ਸਾਹਿਬ ਦੇ ਇਸ਼ਨਾਨ ਦਾ। ਪਰ ਇਸ਼ਨਾਨ ਤੋਂ ਬਾਅਦ ਆ ਕੇ ਦਰਬਾਰ 'ਚ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਬਾਣੀ ਨਾਲ ਵੀ ਜੁੜਨਾ ਹੈ, ਨਾਮ ਨਾਲ ਵੀ ਜੁੜਨਾ ਹੈ। ਤਾਂ ਸਤਿਗੁਰੂ ਇੱਥੇ ਫਰਮਾ ਰਹੇ ਹਨ ਵੀ ਅੰਦਰ ਜਿਹੜੀ ਮੈਲ ਲੱਗੀ ਹੋਈ ਹੈ, ਤੇ ਹੇ ਜੀਵ, ਤੇ ਜਿੰਨਾ ਚਿਰ ਇਹ ਮਨ ਨਹੀਂ ਸੁੱਚਾ ਹੁੰਦਾ, ਤੇ ਬਾਹਰਲੀ ਸੁੱਚਾ ਜਿਹੜੀ ਸੋਚ ਹੈ, ਬਾਹਰਲੀ ਪਵਿੱਤਰਤਾ ਹੈ,
ਇਹ ਪ੍ਰਵਾਨ ਨਹੀਂ ਹੋਵੇਗੀ। ਮਹਾਰਾਜ ਕਹਿੰਦੇ ਕਿਰਤੀ ਇਸ ਤਰ੍ਹਾਂ ਦਾ ਪਿਆ ਹੋਇਆ ਹੈ ਤੇ ਦੋਸ਼ ਕਿਸੇ ਨੂੰ ਕੀ ਦੇਣਾ ਹੈ। ਅੰਨ ਨਾ ਖਾਹੀ ਦੇਹੀ ਦੁਖ ਦੀਜੈ। ਇਹ ਸਿੱਧੋ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਜਿਹੜੇ ਅੰਨ ਨਹੀਂ ਨਾ ਖਾਂਦੇ ਅੰਨ ਛੱਡ ਦਿੰਦੇ ਆ। ਕਈਆਂ ਦਾ ਐਸਾ ਵੀ ਸੁਭਾਅ, ਕਹਿੰਦੇ ਵੀ ਅਸੀਂ ਅੰਨ ਛੱਡਿਆ ਹੋਇਆ ਹੈ। ਤੇ ਸਤਿਗੁਰੂ ਕਹਿੰਦੇ ਅੰਨ ਨਾ ਖਾਹੇ ਦੇਹੀ ਦੁੱਖ ਦੀਜੇ। ਜਿਹੜਾ ਅੰਨ ਨਹੀਂ ਖਾਂਦਾ ਉਹ ਆਪਣੀ ਦੇਹ ਨੂੰ ਹੀ ਦੁਖੀ ਕਰਦਾ, ਸਰੀਰ ਨੂੰ ਦੁੱਖ ਦਿੰਦਾ ਹੈ ਅੰਨ ਛੱਡ ਕੇ। ਕਿਉਂਕਿ ਪਰਮੇਸ਼ਰ ਨੇ ਖੁਰਾਕ ਬਣਾਈ ਹੈ ਮਨੁੱਖ ਦੀ, ਅੰਨ ਇਹਦੇ ਖਾਣ ਵਾਸਤੇ ਪੈਦਾ ਕੀਤਾ ਹੈ। ਤੇ ਜੇ ਅੰਨ ਛੱਡ ਦਿੰਦਾ ਹੈ ਤੇ ਸਤਿਗੁਰੂ ਕਹਿੰਦੇ ਦੇਹੀ ਨੂੰ ਦੁੱਖ ਦਿੰਦਾ ਹੈ। ਇਹ ਵੀ ਬਚਨ ਆਉਂਦੇ ਗੁਰਬਾਣੀ ਵਿੱਚ, ਛੋਡ ਹੈ ਅੰਨ ਕਰਹਿ ਪਾਖੰਡ, ਨਾ ਸੁਹਾਗਣ ਨਾ ਉਹ ਰੰਡ। ਮਹਾਰਾਜ ਕਹਿੰਦੇ ਜੇ ਅੰਨ ਨੂੰ ਛੱਡ ਦਿੰਦਾ ਤਾਂ ਦੇਹੀ ਨੂੰ, ਸਰੀਰ ਨੂੰ ਦੁਖੀ ਕਰਦਾ ਹੈ। ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ। ਇਹ ਭਾਈ ਤ੍ਰਿਪਤੀ ਅੰਨ ਛੱਡਣ ਨਾਲ ਨਹੀਂ ਆਉਂਦੀ। ਬਿਨ ਗੁਰ ਗਿਆਨ, ਜਿੰਨਾ ਚਿਰ ਗੁਰੂ ਕਾ ਗਿਆਨ ਨਹੀਂ ਪ੍ਰਾਪਤ ਕਰਦਾ ਨਾ ਤ੍ਰਿਪਤ, ਫਿਰ ਤ੍ਰਿਪਤ ਨਹੀਂ ਹੁੰਦਾ। ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ। ਥੀਜੈ ਨਾਮ ਹੋਣ ਦਾ ਹੈ, ਤ੍ਰਿਪਤ ਨਹੀਂ ਹੁੰਦਾ, ਰੱਜਦਾ ਨਹੀਂ। ਰੱਜਣਾ ਇਹਨੇ ਗੁਰੂ ਦੇ ਗਿਆਨ ਦੁਆਰਾ ਹੀ ਹੈ। ਜਦੋਂ ਗੁਰੂ ਸਾਹਿਬ ਜੀ ਦਾ ਗਿਆਨ ਇਹਨੂੰ ਪ੍ਰਾਪਤ ਹੋ ਜਾਂਦਾ, ਉਸ ਗਿਆਨ, ਉਸ ਰੌਸ਼ਨੀ ਦੇ ਰਾਹੀਂ ਫਿਰ ਇਹ ਨਾਮ ਨੂੰ ਜਪਦਾ ਹੈ ਤੇ ਨਾਮ ਨਾਲ ਜੁੜ ਕੇ ਇਹਦੀਆਂ ਭੁੱਖਾਂ ਜਨਮਾਂ ਜਨਮਾਤਰਾਂ ਦੀਆਂ ਦੂਰ ਹੋ ਜਾਂਦੀਆਂ। ਤਾਂ ਇਹ ਰੱਜਦਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਮਨਮੁਖ ਜਨਮੈ ਜਨਮ ਮਰੀਜੈ। ਜਗਤ ਗੁਰੂ ਜੀ ਕਹਿੰਦੇ ਮਨਮੁਖ ਜੀਵ ਮਨਮੁਖਤਾਈ ਕਰਕੇ ਜਨਮਦਾ ਹੈ ਤੇ ਜਨਮ ਵਿੱਚ ਪੈ ਕੇ ਫੇਰ ਮਰਦਾ ਹੈ। ਵਾਰ-ਵਾਰ ਜੰਮਦਾ ਮਰਦਾ ਰਹਿੰਦਾ ਹੈ। ਸਤਿਗੁਰ ਪੂਜ ਸੰਗਤ ਜਨ ਕੀਜੈ। ਸਤਿਗੁਰੂ ਜੀ ਨੂੰ ਪੁੱਛੋ ਭਾਈ, ਉਪਦੇਸ਼ ਲਓ ਸਤਿਗੁਰੂ ਜੀ ਦਾ। ਸਤਿਗੁਰੂ ਜੀ ਨੂੰ ਪੁੱਛ ਕੇ ਸੰਗਤ ਜਨ ਕੀਜੈ। ਤੇ ਸਤਿਗੁਰੂ ਜੀ ਦੇ ਜਨਾਂ ਦੀ ਸੰਗਤ ਕਰੋ, ਸੇਵਕਾਂ ਦੀ, ਗੁਰਮੁਖਾਂ ਦੀ ਸੰਗਤ ਕਰੋ। ਮਨ ਹਰ ਰਾਜੈ ਨਹੀਂ ਜਨਮ ਮਰੀਜੈ। ਜਦੋਂ ਮਨ ਹਰੀ ਨਾਲ ਰਚ ਜਾਵੇਗਾ ਨਾ, ਤਦਾਕਾਰ ਹੋ ਜਾਵੇਗਾ, ਹਰੀ ਪਰਮੇਸ਼ਰ ਦੇ ਨਾਮ ਨਾਲ ਰਚ ਮਿਚ ਜਾਵੇਗਾ। ਨਹੀਂ ਜਨਮ ਮਰੀਜੈ, ਫਿਰ ਜੰਮਣਾ ਮਰਨਾ ਨਹੀਂ ਹੋਵੇਗਾ। ਤੇ ਦੂਜਾ ਇਸੇ ਹੀ ਪੰਕਤੀ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਹੈ। ਪਹਿਲਾ ਤੇ ਵਿਸਰਾਮ ਲਾਇਆ ਰਾਚੈ ਤੇ। ਮਨ ਹਰ ਰਾਚੈ, ਮਨ ਹਰੀ ਨਾਲ ਰਚ ਜਾਂਦਾ। ਜਦੋਂ ਹਰੀ ਦੇ ਜਨਾਂ ਦੀ ਸੰਗਤ ਕਰੀਏ, ਗੁਰੂ ਸਾਹਿਬ ਜੀ ਦਾ ਉਪਦੇਸ਼ ਪੁੱਛ ਕੇ ਧਾਰਨ ਕਰੀਏ, ਮਨ ਹਰ ਰਾਚੈ, ਮਨ ਹਰੀ ਨਾਲ ਰਚ ਜਾਂਦਾ ਪਰਮੇਸ਼ਰ ਨਾਲ। ਨਹੀਂ ਜਨਮ ਮਰੀਜੇ, ਫਿਰ ਨਹੀਂ ਹੁੰਦਾ ਜਨਮ ਮਰਨ। ਤੇ ਦੂਜਾ ਫਿਰ ਮਹਾਂਪੁਰਖਾਂ ਨੇ ਨਹੀਂ ਤੇ ਵਿਸਰਾਮ ਲਾ ਕੇ ਦੂਜਾ ਅਰਥ ਇਹਦਾ ਕੀਤਾ, ਮਨ ਹਰ ਰਾਚੈ ਨਹੀਂ। ਜੇ ਮਨ ਹਰੀ ਨਾਲ ਨਹੀਂ ਰਚਦਾ ਫਿਰ ਕੀ ਹੁੰਦਾ? ਜਨਮ ਮਰੀਜੈ, ਫਿਰ ਜੰਮੀਦਾ ਤੇ ਮਰੀਦਾ। ਜੇ ਰਚ ਜਾਂਦਾ ਹੈ ਤੇ ਫਿਰ ਨਹੀਂ ਜੰਮੀ ਮਰੀਦਾ। ਜੇ ਨਹੀਂ ਮਨ ਰਚਦਾ ਪਰਮੇਸ਼ਰ ਦੇ ਨਾਮ ਨਾਲ ਤੇ ਫਿਰ ਜੰਮਣਾ ਤੇ ਮਰਨਾ ਪੈਂਦਾ ਹੈ। ਰਾਮ ਨਾਮ ਬਿਨ ਕਿਆ ਕਰਮ ਕੀਜੈ। ਸਤਿਗੁਰੂ ਕਹਿੰਦੇ ਸਰਬ ਵਿਆਪਕ ਰਾਮ ਦੇ ਨਾਮ ਜਪਣ ਤੋਂ ਬਿਨਾ ਕਿਆ ਕਰਮ ਕੀਜੇ। ਕਿਹੜੇ ਕਰਮ ਕਰਨੇ ਹਨ? ਬਾਕੀ ਜਿਹੜੇ ਕਰਮ ਉਹ ਸਫਲੇ ਨਹੀਂ ਹਨ। ਉਂਦਰ ਪਾਸ ਧਰੀਜੈ। ਇਹ ਭਾਈ ਜਿਹੜਾ ਉਂਦਰ ਉਦਰ ਦੇ ਵਿੱਚ ਦੂੰਦਰ ਦਵੰਦਵਾਦ ਚੱਲ ਰਿਹਾ ਹੈ ਨਾ, ਰਾਗ ਦੁਐਖ, ਹਰਖ ਸੋਗ, ਉਸਤਤੀ ਨਿੰਦਾ, ਵਾਧਾ ਘਾਟਾ, ਲਾਭ ਹਾਨੀ, ਇਹ ਦੂੰਦਰ ਦਵੰਦਵਾਦ ਚੱਲ ਰਿਹਾ ਅੰਦਰ। ਅੰਦਰ ਜਿਹੜਾ ਹੈ ਇਹ ਰੌਲਾ ਮਚਿਆ ਹੋਇਆ ਹੈ ਉਂਦਰ ਉਦਰ ਦੇ ਵਿੱਚ। ਪਾਸ ਧਰੀਜੇ ਨੂੰ ਪਾਸੇ ਕੱਢ ਕੇ ਧਰੀਜੇ ਮਹਾਰਾਜ ਕਹਿੰਦੇ ਧਰ ਦਈਏ। ਅੰਦਰ ਦਾ ਜਿੰਨਾ ਹੀ ਇਹ ਰੌਲਾ ਰੱਪਾ ਹੈ ਨਾ, ਇਹਨੂੰ ਪਾਸੇ ਕੱਢ ਦਈਏ ਗੁਰੂ ਕੇ ਸ਼ਬਦ ਦੇ ਨਾਲ। ਤੇ ਉਂਦਰ ਨਾਮ ਸਾਧ ਸੰਗਤ ਜੀ ਚੂਹੇ ਦਾ ਵੀ ਹੁੰਦਾ ਹੈ, ਚੂਹੇ ਦਾ। ਉਂਦਰ ਚੂਹੇ ਨੂੰ ਕਹਿੰਦੇ, ਮੂਸੇ ਨੂੰ। ਤੇ ਸਤਿਗੁਰਾਂ ਨੇ ਆਖਿਆ ਜਿਹੜਾ ਅੰਦਰ ਹੰਕਾਰ ਰੂਪੀ ਚੂਹਾ ਬੈਠਾ ਹੋਇਆ ਹੈ, ਦੂੰਦਰ, ਜਿਹਨੇ ਬੜੀ ਡੰਡ ਰੌਲੀ ਪਾਈ ਹੋਈ ਹੈ, ਰੌਲਾ ਬੜਾ ਪਾਇਆ, ਭੱਜਾ ਹੀ ਫਿਰਦਾ ਅੰਦਰ। ਇਹਨੂੰ ਪਾਸੇ ਕੱਢ ਕਰਕੇ ਹੰਕਾਰ ਨੂੰ ਆਪਣੇ ਹਿਰਦੇ ਚੋਂ ਨਿਵਰਤ ਕੱਢ ਕਰਕੇ ਧਰੀਜੇ ਪਾਸੇ ਧਰ ਦੇਣਾ ਕਰੀਏ। ਧੁਰ ਕੀ ਸੇਵਾ ਰਾਮ ਰਵੀਜੈ। ਤੇ ਧੁਰ ਕੀ ਸੇਵਾ ਇਹ ਹੈ ਜਿਹੜੀ ਧੁਰੋਂ ਮਿਲੀ ਹੋਈ ਜੀਵ ਨੂੰ ਸੇਵਾ ਹੈ। ਉਹ ਕਿਹੜੀ ਸੇਵਾ ਹੈ? ਰਾਮ ਰਵੀਜੈ, ਕਿ ਰਾਮ ਦਾ ਰਵੀਜੇ ਉਚਾਰਨ ਕਰੀਏ। ਰਵੀਜੈ ਨਾਮ ਉਚਾਰਨ ਦਾ ਹੈ, ਰਾਮ ਨਾਮ ਪਰਮੇਸ਼ਰ ਦਾ, ਵਾਹਿਗੁਰੂ ਦਾ, ਰਮੰਤੀ ਰਾਮਾਂ ਦਾ ਜੋ ਵਿਆਪਕ ਹੋ ਰਿਹਾ ਹੈ।
ਇਹ ਧੁਰ ਕੀ ਸੇਵਾ ਹੈ, ਧੁਰੋਂ ਮਿਲੀ ਹੋਈ ਸੇਵਾ ਹੈ। ਹਰੇਕ ਨੂੰ ਤੇ ਹਰੇਕ ਨੇ ਆਪਣੀ ਸੇਵਾ ਇਹ ਆਪ ਕਰਨੀ ਹੈ। ਇਹ ਆਪ ਦੀ ਸੇਵਾ, ਕਿਸੇ ਦੀ ਸੇਵਾ ਨਹੀਂ ਹੈ। ਜੋ ਰਾਮ ਰਵੀਜੈ, ਰਾਮ ਦਾ ਉਚਾਰਨ ਕਰਨਾ, ਇਹ ਆਪਣੀ ਸੇਵਾ ਆਪ ਕਰਨੀ ਹੈ। ਪਰਮੇਸ਼ਰ ਦਾ ਨਾਮ ਜਪਣਾ ਹੈ ਤਾਂ ਆਪਣੇ ਭਲੇ ਵਾਸਤੇ ਹੀ ਜਪਣਾ ਨਾ, ਆਪਣੀ ਕਲਿਆਣ ਵਾਸਤੇ ਹੀ ਜਪਣਾ ਹੈ ਨਾ। ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਪਰਮੇਸ਼ਰ ਨੇ ਤਾਂ ਵੱਡਾ ਨਹੀਂ ਹੋਣਾ। ਜੇ ਉਹਦਾ ਨਾਮ ਨਾ ਜਪੀਏ ਤੇ ਉਹਨੇ ਘਟਣਾ ਨਹੀਂ। ਰਹਿਰਾ ਸਾਹਿਬ ਚ ਮਹਾਰਾਜ ਨੇ ਇਹੀ ਫਰਮਾਇਆ, ਕਹਿੰਦੇ ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਇਹ ਆਪਣੀ ਕਲਿਆਣ ਵਾਸਤੇ ਹੈ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਮਹਾਰਾਜ ਕਹਿੰਦੇ ਆਪਦੇ ਹੱਥੀਂ ਆਪਣਾ ਆਪ ਕਾਰਜ ਸਵਾਰ। ਵੀ ਇਹ ਤੈਨੂੰ ਮਨੁੱਖਾ ਜਨਮ ਵਾਹਿਗੁਰੂ ਜੀ ਨੇ ਦਿੱਤਾ ਹੈ, ਨਾਮ ਜਪ ਤੇ ਆਪਣੀ ਕਲਿਆਣ ਕਰ, ਆਪਣਾ ਭਲਾ ਕਰ, ਆਪਦੇ ਉੱਤੇ ਤਰਸ ਕਰ, ਆਪਣੀ ਜੀਵ ਆਤਮਾ ਤੇ ਦਇਆ ਕਰ। ਧੁਰ ਕੀ ਸੇਵਾ, ਇਹ ਧੁਰੋਂ ਵਾਹਿਗੁਰੂ ਵੱਲੋਂ ਸੇਵਾ ਮਿਲੀ ਹੋਈ ਹੈ। ਰਾਮ ਰਵੀਜੈ, ਕਿ ਰਾਮ ਪਰਮੇਸ਼ਰ ਦਾ ਨਾਮ ਉਚਾਰਨ ਕਰੀਏ। ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ। ਪਰ ਮਹਾਰਾਜ ਕਹਿੰਦੇ ਨਾਮ ਤਾਂ ਮਿਲੇਗਾ ਸਿੱਧੋ, ਨਾਮ ਵਾਸਤੇ ਅਰਦਾਸ ਕਰੀਏ। ਕਿਰਪਾ ਪ੍ਰਭ ਕੀਜੈ, ਕਿ ਹੇ ਪ੍ਰਭੂ ਜੀ ਕਿਰਪਾ ਕਰੋ ਤੇ ਆਪਣੀ ਕਿਰਪਾ ਕਰਕੇ ਸਾਨੂੰ ਨਾਮ ਦੇ ਦਿਓ। ਅਸੀਂ ਆਪ ਜੀ ਦਾ ਨਾਮ ਜਪਣ ਲੱਗ ਪਈਏ, ਆਪ ਜੀ ਦਾ ਨਾਮ ਸੁਣਨ ਲੱਗ ਪਈਏ। ਸਾਡਾ ਹਿਰਦਾ ਆਪ ਜੀ ਦੇ ਨਾਮ ਨਾਲ ਜੁੜ ਜਾਵੇ, ਸਾਡੀ ਐਸੀ ਭਾਵਨਾ ਬਣ ਜਾਵੇ, ਐਸੀ ਅਵਸਥਾ ਬਣ ਜਾਵੇ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਮਹਾਰਾਜ ਕਹਿੰਦੇ ਨਾਨਕ ਨਾਮ ਮਿਲੈ, ਨਾਮ ਤਾਂ ਮਿਲਦਾ ਹੈ ਕਿਰਪਾ ਪ੍ਰਭ ਕੀਜੇ। ਜਦੋਂ ਪ੍ਰਭੂ ਜੀ ਕਿਰਪਾ ਕਰਦੇ ਆ ਨਾ, ਫਿਰ ਨਾਮ ਦੇ ਦਿੰਦੇ, ਫਿਰ ਉਹ ਜੀਵ ਨਾਮ ਜਪਦਾ, ਨਾਮ ਨਾਲ ਜੁੜਿਆ ਰਹਿੰਦਾ। ਸੇ ਸਿਮਰਹਿ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੋ ਪਾਏ। ਜਿਸਨੂੰ ਬਖਸ਼ ਲੈ ਹੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤ ਸਾਹੀ ਪਾਤ ਸਾਹੋ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਰਾਮਕਲੀ ਰਾਗ ਦੀ ਇਹ 5ਵੀਂ ਅਸ਼ਟਪਦੀ ਦੇ ਵਿੱਚ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਦੀ ਆਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਆਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਧੁਰ ਕੀ ਸੇਵਾ ਰਾਮ ਰਵੀਜੈ, ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।